ਵਾਹਿਗੁਰੂ 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 ਚੱਲਦਾ ਖੋਲ ਦੇ। ਬਾਬੇ ਗੁਰਦੇਵ ਸਿੰਘ ਦਾ ਕੁਰਸੀ ਲਾ ਕੇ ਕਰਦੀ। ਠੀਕ ਆ ਬਾਈ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਖੇਪ ਸੂਖਮ ਇਤਿਹਾਸ ਸ਼੍ਰੀ ਹਜ਼ੂਰ ਸਾਹਿਬ ਦਾ। ਜਦੋਂ ਕਲਗੀਧਰ ਪਾਤਸ਼ਾਹ ਇਸ ਦੱਖਣ ਦੀ ਧਰਤੀ ਨੂੰ ਆਏ ਤਾਂ ਉਸ ਸਮੇਂ 'ਤੇ ਇੱਥੋਂ 35 ਕਿਲੋਮੀਟਰ ਨੰਦੇੜ ਤੋਂ ਪਹਿਲਾਂ ਬਸਮਤ ਨਗਰ ਆ। ਉਸ ਜਗ੍ਹਾ 'ਤੇ ਕਲਗੀਧਰ ਪਾਤਸ਼ਾਹ ਨੇ ਪੜਾਅ ਕੀਤਾ। ਉੱਥੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਜਦੋਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਏ ਉਦੋਂ ਪਹਿਲਾ ਪੜਾਅ ਮਹਾਰਾਜ ਨੇ ਹੀਰਾ ਘਾਟ ਕੀਤਾ। ਜਦੋਂ ਹੀਰਾ ਘਾਟ ਪੜਾਅ ਕੀਤਾ ਤਾਂ ਉਸ ਸਮੇਂ 'ਤੇ ਹੀਰਾ ਘਾਟ ਹੀ ਦੋਵੇਂ ਟਾਈਮ ਦੀਵਾਨ ਸਜਦਾ ਸੀ। ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ। ਜਦੋਂ ਆਪਣੀ ਕਾਰ ਸੇਵਾ ਚੱਲੀ ਆ ਉਸ ਸਮੇਂ ਦੇ ਉੱਤੇ ਬਾਬਾ ਸ਼ੀਸ਼ਾ ਸਿੰਘ ਜੀ ਆਪ ਦੱਸਦੇ ਸਨ ਕਿ ਅੰਮ੍ਰਿਤ ਵੇਲੇ ਇੱਥੋਂ ਆਸਾ ਜੀ ਦੀ ਵਾਰ ਦੀਆਂ ਕੀਰਤਨ ਦੀਆਂ ਧੁਨਾਂ ਸੁਣਦੀਆਂ ਬਾਅਦ ਦੇ ਵਿੱਚ ਵੀ। ਤਾਂ ਇੱਥੇ ਕਲਗੀਧਰ ਪਾਤਸ਼ਾਹ ਨੇ ਪਹਿਲਾ ਪੜਾਅ ਹੀਰਾ ਘਾਟ ਕੀਤਾ। ਇੱਥੇ ਜਦੋਂ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਸੀ ਕਲਗੀਧਰ ਪਾਤਸ਼ਾਹ ਨੇ, ਤੇ ਬਹਾਦਰ ਸ਼ਾਹ ਸਿਕੰਦਰਾਬਾਦ ਠਹਿਰਿਆ ਹੋਇਆ ਸੀ। ਜਦੋਂ ਬਹਾਦਰ ਸ਼ਾਹ ਨੂੰ ਖਬਰ ਮਿਲੀ ਤਾਂ ਬਹਾਦਰ ਸ਼ਾਹ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਇਆ। ਬਹਾਦਰ ਸ਼ਾਹ ਨੇ ਆਣ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬਹਾਦਰ ਸ਼ਾਹ ਨੇ ਇੱਕ ਹੀਰਾ ਭੇਟ ਕੀਤਾ। ਕਲਗੀਧਰ ਪਾਤਸ਼ਾਹ ਨੇ ਜਾਣੀ ਜਾਣ ਸਤਿਗੁਰੂ ਉਹਨਾਂ ਨੇ ਅੰਦਰ ਦੀ ਜਾਣ ਕੇ ਬਹਾਦਰ ਸ਼ਾਹ ਦੀ ਉਹਦਾ ਮਾਣ ਤੋੜਨ ਵਾਸਤੇ ਹੀਰਾ ਜਿਹੜਾ ਗੋਦਾਵਰੀ ਵਿੱਚ ਸੁੱਟ ਦਿੱਤਾ। ਜਦੋਂ ਹੀਰਾ ਗੋਦਾਵਰੀ ਵਿੱਚ ਸੁੱਟਿਆ ਤੇ ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਇਹ ਤਾਂ ਬਹੁਤ ਮੁੱਲਾ ਹੀਰਾ ਸੀ, ਤੁਸੀਂ ਗੋਦਾਵਰੀ ਵਿੱਚ ਸੁੱਟ ਦਿੱਤਾ। ਉਸ ਸਮੇਂ 'ਤੇ ਕਲਗੀਧਰ ਪਾਤਸ਼ਾਹ ਕਹਿੰਦੇ, ਬਹਾਦਰ ਸ਼ਾਹ ਨਿਕਾਹ ਮਾਰ ਗੋਦਾਵਰੀ ਵਿੱਚ, ਕਿਉਂਕਿ ਗੋਦਾਵਰੀ ਦੇ ਕੰਢੇ 'ਤੇ ਬੈਠੇ ਸਨ। ਕਹਿੰਦੇ ਗੋਦਾਵਰੀ 'ਚ ਨਿਕਾਹ ਮਾਰ, ਜਿਹੜਾ ਤੇਰਾ ਹੀਰਾ ਪਹਿਚਾਣ ਕੇ ਚੁੱਕ ਲਾ। ਨਿਰਮਲ ਜਲ ਵਗਦਾ ਹੁੰਦਾ ਸੀ ਉਸ ਸਮੇਂ 'ਤੇ। ਉਸ ਸਮੇਂ 'ਤੇ ਜਦੋਂ ਬਹਾਦਰ ਸ਼ਾਹ ਨੇ ਨਿਕਾਹ ਮਾਰੀ ਤੇ ਬਹਾਦਰ ਸ਼ਾਹ ਦੇ ਹੀਰੇ ਦੇ ਨਾਲੋਂ ਵੀ ਬਹੁਮੁੱਲੇ ਹੀਰੇ ਜਿਹੜੇ ਆ ਉਹਨੂੰ ਗੋਦਾਵਰੀ ਵਿੱਚ ਨਜ਼ਰ ਆਏ। ਸਾਰੀ ਗੋਦਾਵਰੀ ਵਿੱਚ ਹੀਰੇ ਹੀਰੇ ਨਜ਼ਰ ਆਏ। ਬਹਾਦਰ ਸ਼ਾਹ ਦਾ ਮਨ ਟੁੱਟਾ ਕਿ ਮੈਂ ਤਾਂ ਭੁੱਲ ਕਰ ਬੈਠਾ। ਫਿਰ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਮਾਫੀ ਮੰਗੀ। ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਉਹਦਾ ਮਾਣ ਤੋੜਿਆ, ਹੰਕਾਰ ਤੋੜਿਆ। ਤਾਂ ਮਹਾਰਾਜ ਦੇ ਦਰਸ਼ਨ ਕਰਕੇ ਵਾਪਸ ਗਿਆ। ਇੱਧਰੋਂ ਕਲਗੀਧਰ ਪਾਤਸ਼ਾਹ ਦੀ ਫੌਜ ਵਿੱਚ ਜੋ ਪੈਂਡੇ ਖਾਂ ਦੇ ਪੋਤਰੇ ਸੀ, ਜਮਸ਼ੈਦ ਖਾਂ ਤੇ ਗੁਲ ਖਾਂ, ਉਹ ਸੂਬੇ ਸਰਹੰਦ ਨੇ ਕਲਗੀਧਰ ਪਾਤਸ਼ਾਹ ਦੇ ਪਿੱਛੇ ਲਾਏ ਸੀ ਵੀ ਕਿਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਦਾ ਨੁਕਸਾਨ ਕਰੋ, ਤੁਸੀਂ ਆਪਣੇ ਦਾਦੇ ਦਾ ਬਦਲਾ ਲਓ ਪੈਂਡੇ ਖਾਂ ਦਾ। ਉਹ ਜਦੋਂ ਤੱਕ ਹਜ਼ੂਰ ਸਾਹਿਬ ਦੀ ਧਰਤੀ ਨੂੰ ਆ ਰਹੇ ਸੀ ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੂੰ ਰਸਤੇ ਵਿੱਚ ਮਿਲੇ ਤੇ ਬੇਨਤੀ ਕੀਤੀ, ਮਹਾਰਾਜ ਸਾਡਾ ਕੋਈ ਥਾਂ ਟਿਕਾਣਾ ਨਹੀਂ ਤੇ ਸਾਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਓ। ਵੀ ਸਾਡੇ ਵੱਡੇ ਵਡੇਰੇ ਤੁਹਾਡੀ ਫੌਜ ਵਿੱਚ ਸੀ ਤੇ ਅਸੀਂ ਰੋਟੀਆਂ ਮੁਹਤਾਜ ਹਾਂ, ਕਿਰਪਾ ਕਰਕੇ ਸਾਨੂੰ ਵੀ
ਕੋਈ ਤੁਹਾਡੇ ਚਰਨਾਂ ਵਿੱਚ ਟਿਕਾਣਾ ਦਿਓ। ਕਲਗੀਧਰ ਪਾਤਸ਼ਾਹ ਨੂੰ ਪਤਾ ਸੀ, ਅੰਤਰਜਾਮੀ ਸੀ ਸਾਰਾ ਕਾਰਜ ਇਹਨਾਂ ਦੇ ਹੱਥੋਂ ਹੋਣਾ। ਮਹਾਰਾਜ ਨੇ ਆਪਣੀ ਫੌਜ ਵਿੱਚ ਭਰਤੀ ਕੀਤੇ। ਜਦੋਂ ਇੱਥੇ ਨਗੀਨ ਆਪਣਾ ਹੀਰਾ ਘਾਟ ਮਹਾਰਾਜ ਨੇ ਪੜਾਅ ਲਾਇਆ, ਬਹਾਦਰ ਸ਼ਾਹ ਦੇ ਆਉਣ ਤੋਂ ਬਾਅਦ ਇੱਕ ਦਿਨ ਤੰਬੂ ਵਿੱਚ ਸਾਰਾ ਦੀਵਾਨ ਸਜਿਆ ਸੀ। ਤਾਂ ਉਸ ਸਮੇਂ ਦੇ ਉੱਤੇ ਉਸ ਤੋਂ ਉਪਰੰਤ ਸਾਰੇ ਸਿੰਘ ਕਲਗੀਧਰ ਪਾਤਸ਼ਾਹ ਦੇ ਕੋਲ ਬੈਠੇ ਬਚਨ ਬਿਲਾਸ ਸੁਣ ਰਹੇ ਸਨ। ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਕਿ ਜਾਓ ਸਿੰਘੋ, ਆਪ ਆਪਣੀ ਸੇਵਾ 'ਤੇ ਜਾ ਕੇ ਲੱਗੋ। ਉਸ ਸਮੇਂ ਦੇ ਉੱਤੇ ਜਿਹੜੇ ਸਿੰਘ ਸੀ ਉਹ ਤੰਬੂ ਤੋਂ ਉੱਠ ਕੇ ਬਾਹਰ ਚਲੇ ਗਏ। ਜਿਹੜਾ ਚੌਰ ਕਰਨ ਵਾਲਾ ਸੀ ਉਹ ਵੀ ਚੌਰ ਰੱਖ ਕੇ ਕਿਸੇ ਕੰਮ ਚਲੇ ਗਿਆ। ਉਸ ਤੰਬੂ ਦੇ ਵਿੱਚ ਜਮਸ਼ੈਦ ਖਾਂ ਤੇ ਗੁੱਲ ਖਾਂ ਦੋਵੇਂ ਬੈਠੇ ਸਨ, ਉਹ ਬੈਠੇ ਰਹੇ। ਕਲਗੀਧਰ ਪਾਤਸ਼ਾਹ ਨੇ, ਮਹਾਰਾਜ ਨੂੰ ਪਤਾ ਸੀ ਇਹ ਭਾਣਾ ਵਰਤਣਾ। ਕਲਗੀਧਰ ਪਾਤਸ਼ਾਹ ਪਲੰਗੇ ਤੇ ਵੱਖੀ ਪਰਨੇ ਲੇਟ ਗਏ, ਨੰਗੀ ਸ਼ਮਸ਼ੀਰ ਆਪਣੇ ਹੱਥ ਵਿੱਚ ਫੜੀ ਆ, ਨੈਣ ਮੁੰਦੇ ਨੇ ਵੀ ਜਿਵੇਂ ਕਲਗੀਧਰ ਪਾਤਸ਼ਾਹ ਆਰਾਮ ਕਰਦੇ ਹੋਣ। ਉਸ ਸਮੇਂ ਦੇ ਉੱਤੇ ਜਦੋਂ ਗੁੱਲ ਖਾਂ ਤੇ ਜਮਸ਼ੈਦ ਖਾਂ ਨੇ ਵੇਖਿਆ ਵੀ ਸ਼ਾਇਦ ਕਲਗੀਧਰ ਪਾਤਸ਼ਾਹ ਆਰਾਮ ਕਰਦੇ ਆ, ਤੇ ਉਹਨਾਂ ਆਪਣੀ ਅੱਖ ਦੇ ਇਸ਼ਾਰੇ ਦੇ ਨਾਲ ਆਪਸ ਵਿੱਚ ਦੀ ਸਹਿਮਤ ਨਾਲ ਗੱਲ ਕੀਤੀ ਕਿ ਇਸ ਤੋਂ ਵਧੀਆ ਹੋਰ ਮੌਕਾ ਆਪਾਂ ਨੂੰ ਕੋਈ ਨਹੀਂ ਮਿਲ ਸਕਦਾ। ਉਸ ਸਮੇਂ 'ਤੇ ਕੋਈ ਗੁੱਲ ਖਾਂ ਲਿਖਦਾ, ਕੋਈ ਜਮਸ਼ੈਦ ਖਾਂ ਲਿਖਦਾ। ਜਮਸ਼ੈਦ ਖਾਂ ਨੇ ਖੰਜਰ ਕੱਢਿਆ ਤੇ ਕਲਗੀਧਰ ਪਾਤਸ਼ਾਹ ਦੇ ਵੱਖੀ 'ਚ ਮਾਰਿਆ, ਦਿਲ ਤੋਂ ਥੋੜ੍ਹਾ ਜਿਹਾ ਥੱਲੇ ਤੇ ਵੱਖੀ ਤੋਂ ਉੱਪਰ। ਜਦੋਂ ਜ਼ੋਰ ਨਾਲ ਖੰਜਰ ਮਾਰਿਆ ਤੇ ਕਲਗੀਧਰ ਪਾਤਸ਼ਾਹ ਬਿਜਲੀ ਦੇ ਕਰੰਟ ਵਰਗੋਂ ਉੱਠੇ। ਬਚਨ ਕੀਤਾ, ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ। ਇਹ ਜਦੋਂ ਕਲਗੀਧਰ ਪਾਤਸ਼ਾਹ ਨੇ ਬਚਨ ਕਰਕੇ ਨਾਲ ਹੀ ਸ਼ਮਸ਼ੀਰ ਦਾ ਵਾਰ ਕੀਤਾ ਤੇ ਉਹਨੂੰ ਜਮਸ਼ੈਦ ਖਾਂ ਨੂੰ ਉੱਥੇ ਝਟਕਾ ਕੇ ਰੱਖ ਦਿੱਤਾ। ਜਦੋਂ ਜਮਸ਼ੈਦ ਖਾਂ ਨੂੰ ਉੱਥੇ ਝਟਕਾ ਕੇ ਰੱਖ ਦਿੱਤਾ ਤੇ ਗੁੱਲ ਖਾਂ ਭੱਜਣ ਲੱਗਾ, ਉਹਨੂੰ ਬਾਹਰ ਤੰਬੂ ਤੋਂ ਬਾਅਦ ਖਾਲਸੇ ਨੇ ਝਟਕਾ ਦਿੱਤਾ। ਜਦੋਂ ਦੋਵੇਂ ਮਾਰ ਦਿੱਤੇ ਤਾਂ ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਦੇ ਬਹੁਤ ਗਹਿਰਾ ਜ਼ਖਮ ਹੋਇਆ। ਉਧਰੋਂ ਪਤਾ ਲੱਗਾ ਬਹਾਦਰ ਸ਼ਾਹ ਨੂੰ। ਬਹਾਦਰ ਸ਼ਾਹ ਨੇ ਅੰਗਰੇਜ਼ ਡਾਕਟਰ ਭੇਜਿਆ। ਉਹਨਾਂ ਨੇ ਆਣ ਕੇ ਕਲਗੀਧਰ ਪਾਤਸ਼ਾਹ ਦੇ ਟਾਂਕੇ ਲਾਏ, ਮੱਲਮ ਪੱਟੀ ਕੀਤੀ। ਤਾਂ ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਕੁਝ ਦਿਨ ਆਰਾਮ ਕੀਤਾ। ਉਸ ਤੋਂ ਉਪਰੰਤ ਜਿੱਥੇ ਮਾਤਾ ਸਾਹਿਬ ਗੁਰਦੁਆਰਾ, ਆਪਾਂ ਉਸੇ ਤਰ੍ਹਾਂ ਤਰਤੀਬ ਦੇ ਵਿੱਚ ਜਾਵਾਂਗੇ ਕਿਉਂਕਿ ਉੱਤਰ ਇਤਿਹਾਸ ਦਾ ਨਹੀਂ ਪਤਾ ਲੱਗਦਾ। ਕਲਗੀਧਰ ਪਾਤਸ਼ਾਹ ਜਿੱਥੇ ਮਾਤਾ ਸਾਹਿਬ ਗੁਰਦੁਆਰਾ, ਇੱਥੇ ਮਾਤਾ ਸਾਹਿਬ ਕੌਰ ਜੀ ਕਲਗੀਧਰ ਪਾਤਸ਼ਾਹ ਤੇ ਸਿੰਘਾਂ ਵਾਸਤੇ ਲੰਗਰ ਤਿਆਰ ਕਰਿਆ ਕਰਦੇ ਸਨ। ਤੇ ਕਲਗੀਧਰ ਪਾਤਸ਼ਾਹ ਹੀਰਾ ਘਾਟ ਤੋਂ ਸਿੰਘਾਂ ਸਮੇਤ ਜਾ ਕੇ ਮਾਤਾ ਸਾਹਿਬ ਜਿੱਥੇ ਗੁਰਦੁਆਰਾ ਸੁਸ਼ੋਭਿਤ ਆ, ਮਾਤਾ ਸਾਹਿਬ ਕੌਰ ਕੋਲ ਜਾ ਕੇ ਲੰਗਰ ਛਕਿਆ ਕਰਦੇ ਸਨ। ਤੇ ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਇੱਕ ਦਿਨ ਜਦੋਂ ਲੰਗਰ ਛਕਣ ਵਾਸਤੇ ਗਏ, ਉਸ ਸਮੇਂ 'ਤੇ ਆਉਣ ਵਾਲਾ ਭਵਿੱਖ ਜਾਣ ਕੇ ਕਲਗੀਧਰ ਪਾਤਸ਼ਾਹ ਨੇ ਮਾਤਾ ਸਾਹਿਬ ਕੌਰ ਨੂੰ ਹੁਕਮ ਕੀਤਾ ਕਿ ਤੁਸੀਂ ਜਿੱਥੇ ਮਾਤਾ ਸੁੰਦਰੀ ਜੀ ਸੀ ਦਿੱਲੀ, ਵੀ ਤੁਸੀਂ ਉਹਨਾਂ ਕੋਲੇ ਜਾਣੀ ਕਿ ਚਲੇ ਜਾਓ। ਤਾਂ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਕਿ ਅਸਾਂ ਪਰਨ ਕੀਤਾ ਹੋਇਆ ਕਿ ਤੁਹਾਡੇ ਦਰਸ਼ਨਾਂ ਤੋਂ ਬਗੈਰ ਅਸੀਂ ਅੰਨ ਜਲ ਨਹੀਂ ਛਕਦੇ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ, ਆਪਣੇ ਕਮਰ ਕੱਸੇ ਵਿੱਚੋਂ 5 ਸ਼ਸਤਰ ਦਿੱਤੇ ਤੇ ਹੁਕਮ ਕੀਤਾ ਕਿ ਇਹਨਾਂ ਦਾ ਇਸ਼ਨਾਨ ਕਰਾ ਕੇ ਧੂਫਬੱਤੀ ਦੇ ਕੇ ਇਹਨਾਂ ਸ਼ਸਤਰਾਂ ਦੇ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ। ਉਹ ਮਾਤਾ ਜੀ ਨੂੰ 5 ਸ਼ਸਤਰ ਦਿੱਤੇ ਆਪਣੇ ਕਮਰ ਕੱਸੇ ਵਿੱਚੋਂ ਭਾਈ ਮਣੀ ਸਿੰਘ ਦੀ ਡਿਊਟੀ ਲਾ ਕੇ। ਤੇ ਕਲਗੀਧਰ ਪਾਤਸ਼ਾਹ ਨੇ
ਦਿੱਲੀ ਵਾਲੇ ਤੋਰਿਆ, ਨਾਲ 25 ਸਿੰਘ ਵੀ ਦਿੱਤੇ। ਉਸ ਸਮੇਂ ਦੇ ਉੱਤੇ ਉਸ ਤੋਂ ਅੱਗੇ ਕਹਿਣ ਤੋਂ ਭਾਵ ਕਿ ਸ਼ਿਕਾਰ ਘਾਟ ਗੁਰਦੁਆਰਾ, ਉੱਥੇ ਮਹਾਰਾਜ ਪਹਾੜੀ ਤੇ ਗਏ। ਬੜੇ ਬੜੇ ਸ਼ਿਕਾਰ ਲੰਘਦੇ ਗਏ, ਕਿਸੇ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਵਾਰ ਨਹੀਂ ਕੀਤਾ। ਇੱਕ ਖਰਗੋਸ਼ ਆਇਆ ਜਿਹਨੂੰ ਸਹਿਆ ਕਹਿ ਦਿੰਦੇ ਆ, ਕਲਗੀਧਰ ਪਾਤਸ਼ਾਹ ਆਪਣੇ ਤੀਰ ਦੇ ਨਾਲ ਵਾਰ ਕੀਤਾ, ਉਹਨੂੰ ਮਾਰ ਦਿੱਤਾ। ਜਦੋਂ ਉਹਦਾ ਸ਼ਿਕਾਰ ਕੀਤਾ, ਮਾਰ ਦਿੱਤਾ। ਉਸ ਸਮੇਂ ਦੇ ਉੱਤੇ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੀ ਕਾਰਨ ਆ? ਵੀ ਇਹ ਖਰਗੋਸ਼ ਜਿਹੜਾ ਵਾ ਮਾਸੂਮ ਜਿਹਾ ਬੱਚਾ ਸੀ, ਇਹਨੂੰ ਕਿਉਂ ਮਾਰਿਆ? ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਪਿਛਲਾ ਉਹਦਾ ਬਚਨ ਸੁਣਾਇਆ ਕਿ ਇਹ ਖਰਗੋਸ਼ ਜਿਹੜਾ ਵਾ ਇਹ ਸਿਆਲਕੋਟ ਦੇ ਰਹਿਣ ਵਾਲਾ ਮੂਲਾ ਖੱਤਰੀ ਸੀ। ਕਹਿੰਦੇ ਪਹਿਲੇ ਜਾਮੇ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਸੀ, ਕਹਿੰਦੇ ਇਹ ਸਾਡੇ ਨੂੰ ਵਿਛੜ ਗਿਆ ਸੀ। ਕਲਗੀਧਰ ਪਾਤਸ਼ਾਹ ਨੇ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਦੁਬਾਰਾ ਜਾਣਾ ਸੀ, ਕੋਈ ਸਮਾਂ ਮਹਾਰਾਜ ਦੇ ਨਾਲ ਲਾਇਆ ਸੀ, ਤੇ ਮਰਦਾਨੇ ਨੂੰ ਭੇਜਿਆ ਵੀ ਜਾਓ ਬੁਲਾ ਕੇ ਲੈ ਕੇ ਆਓ। ਉਸ ਸਮੇਂ ਦੇ ਉੱਤੇ ਕਹਿਣ ਤੋਂ ਭਾਵ ਕਿ ਘਰ ਦੀ ਨੇ ਉਹਨੂੰ ਲੁਕਾ ਲਿਆ ਤੇ ਝੂਠ ਬੋਲ ਦਿੱਤਾ ਕਿ ਮੂਲਾ ਘਰ ਨਹੀਂ। ਫਿਰ ਮਹਾਰਾਜ ਨੇ ਬਾਲੇ ਨੂੰ ਭੇਜਿਆ, ਬਾਲੇ ਨੇ ਵੀ ਜਾ ਕੇ ਆਵਾਜ਼ ਮਾਰੀ, ਤਾਂ ਉਸ ਸਮੇਂ ਦੇ ਉੱਤੇ ਫਿਰ ਘਰ ਦੀ ਨੇ ਉਹਨੂੰ ਲੁਕਾ ਕੇ ਤੇ ਬਚਨ ਕੀਤਾ ਕਿ ਮੂਲਾ ਘਰ ਨਹੀਂ। ਗੁਰੂ ਨਾਨਕ ਪਾਤਸ਼ਾਹ ਆਪ ਚੱਲ ਕੇ ਗਏ, ਆਵਾਜ਼ ਮਾਰੀ, ਮੂਲਿਆ ਬਾਹਰ ਆ। ਉਹਦੀ ਘਰ ਦੀ ਨੇ ਫਿਰ ਮੂਲੇ ਨੂੰ ਲੁਕਾ ਕੇ ਹਾਥੀਆਂ ਵਾਲੇ ਘੂਰੇ 'ਚ ਤਾਂ ਝੂਠ ਬੋਲ ਦਿੱਤਾ ਕਿ ਮੂਲਾ ਘਰ ਨਹੀਂ। ਅੰਤਰਜਾਮੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਚੰਗਾ ਜੇ ਨਹੀਂ ਕਰ ਤੇ ਘਰ ਨਹੀਂ ਹੋਵੇਗਾ। ਜਦੋਂ ਇਹਨਾਂ ਬਚਨ ਕੀਤਾ ਤਾਂ ਪਾਥੀਆਂ ਵਾਲੇ ਘੂਰੇ ਵਿੱਚੋਂ ਸੱਪ ਨਿਕਲਿਆ, ਮੂਲੇ ਨੂੰ ਡੱਸਿਆ, ਮੂਲਾ ਤੜਫਣ ਲੱਗਾ। ਮਹਾਰਾਜ ਇਹਨਾਂ ਬਚਨ ਕਰਕੇ ਅੱਗੇ ਜਾ ਚੁੱਕੇ ਸਨ। ਹੁਣ ਮੂਲੇ ਨੂੰ ਪਤਾ ਮੇਰੀ ਮੌਤ ਹੋਣੀ ਹੈ। ਉਹਨੇ ਦਵਾਈ ਪਾਈ, ਮੇਰਾ ਪਲੰਘਾ ਚੁੱਕ ਕੇ ਮਹਾਰਾਜ ਦੇ ਪਿੱਛੇ ਲੈ ਜਾਓ। ਜਦੋਂ ਉਹਦਾ ਪਲੰਘਾ ਚੁੱਕ ਕੇ ਮਹਾਰਾਜ ਦੇ ਪਿੱਛੇ ਲੈ ਕੇ ਗਏ, ਜਿੱਥੇ ਮਹਾਰਾਜ ਨੇ ਆਸਣ ਲਾਇਆ ਸੀ ਉੱਥੇ ਜਾ ਕੇ ਰੱਖਿਆ। ਤੜਫ ਰਿਹਾ ਸੀ, ਮਰ ਰਿਹਾ ਸੀ, ਆਖਰੀ ਸਮਾਂ 'ਤੇ ਸੀ। ਕਹਿੰਦੇ ਮਹਾਰਾਜ ਬਖਸ਼ ਲਓ, ਭੁੱਲ ਹੋ ਗਈ, ਮਾफ़ ਕਰ ਦਿਓ। ਉਸ ਸਮੇਂ 'ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਹੁਣ ਤਾਂ ਜਿਹੜਾ ਮੁੱਖ 'ਚੋਂ ਤੀਰ ਚੱਲ ਗਿਆ ਉਹ ਤਾਂ ਹੁਣ ਪੂਰਾ ਹੋਵੇਗਾ, ਆਉਣ ਵਾਲੇ ਸਮੇਂ ਵਿੱਚ ਬਖਸ਼ਾਂਗੇ। ਤੇ ਉਸ ਸਮੇਂ ਦੇ ਉੱਤੇ ਮੂਲੇ ਨੇ ਕਿਹਾ, ਮਹਾਰਾਜ ਕਦੋਂ ਬਖਸ਼ੋਗੇ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋ 10ਵੇਂ ਜਾਮੇ ਵਿੱਚ ਆਵਾਂਗੇ ਉਦੋਂ ਤੇਰਾ ਉਧਾਰ ਕਰਾਂਗੇ। ਮੂਲਾ ਖੱਤਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਬੇਅੰਤ ਜੂਨਾਂ ਵਿੱਚ ਭੜਕਦਾ ਹੋਇਆ ਸ਼ਿਕਾਰ ਘਾਟ, ਜਿੱਥੇ ਗੁਰਦੁਆਰਾ ਸ਼ਿਕਾਰ ਘਾਟ ਦੀ ਪਹਾੜੀ, ਇਸ ਜਗ੍ਹਾ 'ਤੇ ਸਹਿ ਦੀ ਜੂਨ ਵਿੱਚ ਘੁੰਮ ਰਿਹਾ ਸੀ, ਜਿਹਨੂੰ ਕਲਗੀਧਰ ਪਾਤਸ਼ਾਹ ਨੇ ਸ਼ਿਕਾਰ ਕਰਕੇ ਉਹਦਾ ਉਧਾਰ ਕੀਤਾ ਸੀ। ਉਹਦੀ ਰੂਹ ਨਿਕਲਦੀ ਵਿਖਾਈ ਸਿੰਘਾਂ ਨੂੰ ਯਕੀਨ ਆਇਆ ਮੂਲੇ ਖੱਤਰੀ ਨੂੰ ਇੱਥੇ ਉਹਦਾ ਸ਼ਿਕਾਰ ਕਰਕੇ ਤਾਂ ਉਹਦਾ ਉਧਾਰ ਕਰਕੇ ਸੱਚਖੰਡ ਨੂੰ ਭੇਜਿਆ। ਉਸ ਤੋਂ ਅੱਗੇ ਕਲਗੀਧਰ ਪਾਤਸ਼ਾਹ ਜਿੱਥੇ ਗੁਰਦੁਆਰਾ ਸੰਗਤ ਸਾਹਿਬ ਆ, ਇਸ ਜਗ੍ਹਾ 'ਤੇ ਆਏ। ਇੱਥੇ ਸੰਗਤ ਸਾਹਿਬ ਸਿੰਘਾਂ ਨੇ ਤਨਖਾਹਾਂ ਮੰਗੀਆਂ ਕਿ ਮਹਾਰਾਜ ਲੰਮਾ ਸਮਾਂ ਹੋ ਗਿਆ, ਬਾਲ ਬੱਚੇ ਦਾ ਆਰਾਮ, ਅਸੀਂ ਸਿੰਘ ਸਾਰੇ ਅਸੀਂ ਪਿੱਛੇ ਖਰਚਾ ਭੇਜਣਾ ਅਤੇ ਕਿਰਪਾ ਕਰਕੇ ਸਾਨੂੰ ਖਰਚਾ ਦਿਓ। ਉਸ ਸਮੇਂ 'ਤੇ ਕਲਗੀਧਰ ਪਾਤਸ਼ਾਹ ਅਜੇ ਸੰਗਤ ਸਾਹਿਬ ਹੀ ਸਨ। ਉੱਥੇ ਲੱਕੜ ਸ਼ਾਹ ਫਕੀਰ ਅਤੇ ਇੱਕ ਉਹਦਾ ਭਰਾ, ਜਿੱਥੇ ਮਾਲ ਟੇਕਰੀ ਗੁਰਦੁਆਰਾ, ਇਸ ਜਗ੍ਹਾ ਤੋਂ ਚੱਲ ਕੇ ਸੰਗਤ ਸਾਹਿਬ ਗਏ, ਬੇਨਤੀ ਕੀਤੀ, ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਕਿ ਮਹਾਰਾਜ
ਤੁਸੀਂ ਆਪਣੇ ਖਜ਼ਾਨੇ ਦੇ ਆਪ ਵਾਰਸ ਆ ਗਏ ਜੀ, ਕਿਰਪਾ ਕਰੋ ਆਪਦੇ ਖਜ਼ਾਨੇ ਦੀ ਆਪ ਸੰਭਾਲ ਕਰੋ। ਉਹਨਾਂ ਨੇ ਦੱਸਿਆ ਕਿ ਸਾਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਥੇ ਭੇਜਿਆ ਸੀ, ਗੁਰੂ ਨਾਨਕ ਸਾਹਿਬ ਦਾ ਖਜ਼ਾਨਾ ਉਹਦੀ ਜਾ ਕੇ ਸੰਭਾਲ ਕਰੋ। ਤੁਹਾਨੂੰ ਰੋਜ਼ ਦੀ ਇੱਕ ਮੋਹਰ ਮਿਲਿਆ ਕਰੇਗੀ ਜਿਹਦੇ ਨਾਲ ਤੁਸੀਂ ਜਲ ਪਾਣੀ ਛਕਿਆ ਕਰੋਗੇ। ਕਹਿੰਦੇ ਮਹਾਰਾਜ ਦਾ ਹੁਕਮ ਪਾ ਕੇ ਅਸੀਂ ਇਸ ਜਗ੍ਹਾ 'ਤੇ ਆਏ ਹਾਂ। ਇਸ ਜਗ੍ਹਾ 'ਤੇ ਅਸੀਂ ਦੀਵਾ ਬੱਤੀ ਕਰਦੇ ਸੀ ਤਾਂ ਜੋਤ ਜਗਾਉਂਦੇ ਸੀ, ਅਤੇ ਰੋਜ਼ ਸਾਨੂੰ ਅਸੀਂ ਇੱਕ ਮੋਹਰ ਮਿਲਦੀ ਸੀ ਜਦੋਂ ਝਾੜੂ ਮਾਰਦੇ ਸੀ ਇੱਥੇ, ਉਹਦਾ ਅਸੀਂ ਅੰਜਲ ਕਰ ਲੈਂਦੇ ਸੀ। ਜਿਹੜਾ ਕੋਈ ਬਚ ਜਾਂਦਾ ਸੀ ਉਹਦੇ ਵਿੱਚੋਂ ਉਹ ਆਏ ਗਏ ਨੂੰ ਅਸੀਂ ਛਕਾ ਦਿੰਦੇ ਸੀ। ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀਆਂ ਵਡੇਰੀਆਂ ਉਮਰਾਂ ਹੋ ਗਈਆਂ। ਹੁਣ ਸਾਡੇ 'ਤੇ ਕਿਰਪਾ ਕਰੋ, ਸਾਨੂੰ ਮੁਕਤ ਕਰੋ। ਕਲਗੀਧਰ ਪਾਤਸ਼ਾਹ ਕਹਿੰਦੇ ਤੁਹਾਡੇ ਕੁਝ ਦਿਨ ਉਮਰ ਬਾਕੀ ਆ, ਤੁਸੀਂ ਕਥਾ ਕੀਰਤਨ ਸੁਣੋ, ਨਾਮ ਜਪੋ, ਤੁਹਾਨੂੰ ਸੱਚਖੰਡ ਨੂੰ ਭੇਜਾਂਗੇ। ਉਹਨਾਂ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਜਿੱਥੇ ਮਾਲ ਟੇਕਰੀ ਗੁਰਦੁਆਰਾ, ਉਸ ਜਗ੍ਹਾ 'ਤੇ ਮਹਾਰਾਜ ਗਏ। ਉਸ ਜਗ੍ਹਾ 'ਤੇ ਜਾ ਕੇ ਜਿੱਥੇ ਮਾਲ ਕਹਿੰਦੇ ਖਜ਼ਾਨੇ ਨੂੰ, ਟੇਕਰੀ ਕਹਿੰਦੇ ਪਹਾੜੀ ਨੂੰ, ਉੱਥੋਂ ਮਹਾਰਾਜ ਨੇ ਜਗ੍ਹਾ ਪਟਵਾਈ। ਜਦੋਂ ਜਗ੍ਹਾ ਪਟਾਈ ਤਾਂ ਖਜ਼ਾਨਾ ਪ੍ਰਗਟ ਹੋਇਆ। ਉਹ ਖਜ਼ਾਨਾ ਮਹਾਰਾਜ ਨੇ ਖੱਚਰਾਂ 'ਤੇ, ਘੋੜਿਆਂ 'ਤੇ ਲੱਦ ਕੇ, ਗੱਡਿਆਂ 'ਤੇ ਲੱਦ ਕੇ ਸੰਗਤ ਸਾਹਿਬ ਲਿਆਂਦਾ। ਸੰਗਤ ਸਾਹਿਬ ਲਿਆਣ ਕੇ ਅਜੇ ਵੀ ਉਹ ਢਾਲ ਮੌਜੂਦ ਆ ਜਿਸ ਢਾਲ ਦੇ ਨਾਲ ਕਲਗੀਧਰ ਪਾਤਸ਼ਾਹ ਨੇ ਖਜ਼ਾਨਾ ਵੰਡਿਆ ਸੀ। ਮਹਾਰਾਜ ਨੇ ਗਿਣਤੀ ਨਹੀਂ ਕੀਤੀ, ਮਹਾਰਾਜ ਨੇ ਢਾਲਾਂ ਭਰ ਕੇ ਉਹ ਵੰਡੀ ਗਏ। ਜਦੋਂ ਕਿਸੇ ਨੇ ਹੱਥ ਖੜੇ ਕੀਤੇ ਨੇ ਵੀ ਮਹਾਰਾਜ ਨੂੰ ਫਤਿਹ ਕਰੋ, ਉਦੋਂ ਕਲਗੀਧਰ ਪਾਤਸ਼ਾਹ ਨੇ ਫਤਿਹ ਕੀਤੀ ਆ। ਜਿੰਨਾ ਚਿਰ ਕਿਸੇ ਦੀ ਸੰਤੁਸ਼ਟੀ ਨਹੀਂ ਹੋਈ, ਬਸ ਨਹੀਂ ਕਿਹਾ, ਉਹਨਾਂ ਚਿਰ ਮਹਾਰਾਜ ਕੋਈ ਢੇਰ ਹੀ ਲਾਈ ਗਏ। ਇਸ ਤਰ੍ਹਾਂ ਮਹਾਰਾਜ ਨੇ ਸਾਰਿਆਂ ਨੂੰ ਖਜ਼ਾਨਾ ਖੁੱਲ੍ਹਾ ਵੰਡਿਆ। ਜਦੋਂ ਖੁੱਲ੍ਹਾ ਖਜ਼ਾਨਾ ਵੰਡਿਆ, ਬਾਕੀ ਖਜ਼ਾਨਾ ਬਚ ਗਿਆ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਵੀ ਉਸੇ ਜਗ੍ਹਾ 'ਤੇ ਇਹ ਖਜ਼ਾਨਾ ਦਬਾ ਦਿਓ। ਕਲਗੀਧਰ ਪਾਤਸ਼ਾਹ ਦਾ ਹੁਕਮ ਪਾ ਕੇ ਉਸੇ ਜਗ੍ਹਾ 'ਤੇ ਫਿਰ ਖਜ਼ਾਨਾ ਦਬਾ ਦਿੱਤਾ। ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਕੀ ਕਾਰਨ ਆ, ਖਜ਼ਾਨਾ ਫਿਰ ਤੁਸੀਂ ਦਬਾ ਦਿੱਤਾ। ਉਸ ਸਮੇਂ ਦੇ ਉੱਤੇ ਮਹਾਰਾਜ ਨੇ ਭਵਿੱਖਤ ਬਚਨ ਕੀਤਾ, ਮਰ ਕੇ 96 ਕਰੋੜ ਖਾਲਸਾ ਹੋਵੇਗਾ। ਉਸ ਸਮੇਂ 'ਤੇ ਖਜ਼ਾਨਾ ਜਿਹੜਾ ਪ੍ਰਗਟ ਹੋਵੇਗਾ, ਅਤੇ ਇਸੇ ਖਜ਼ਾਨੇ ਨਾਲ ਉਸ ਟਾਈਮ 'ਤੇ 2.5 ਦਿਨ ਦਾ ਲੰਗਰ ਚੱਲੇਗਾ। ਇਹ ਕਲਗੀਧਰ ਪਾਤਸ਼ਾਹ ਨੇ ਆਉਣ ਵਾਲੇ ਸਮੇਂ ਦਾ ਭਵਿੱਖਤ ਬਚਨ ਕੀਤਾ ਸੀ। ਫਿਰ ਮਹਾਰਾਜ ਮੰਨ ਲਓ ਸੰਗਤ ਸਾਹਿਬ ਤੋਂ ਮਾਲ ਟੇਕਰੀ ਤੋਂ ਮਹਾਰਾਜ ਆਏ ਨਗੀਨਾ ਘਾਟ ਸਾਹਿਬ। ਇੱਥੇ ਕਾਲੂ ਨਾਮ ਦਾ ਵਣਜਾਰਾ ਸੀ, ਉਹਨੇ ਨਗੀਨਾ ਭੇਟ ਕੀਤਾ। ਇੱਥੋਂ ਇਹਦਾ ਨਾਂ ਨਗੀਨਾ ਘਾਟ ਪੈ ਗਿਆ। ਉਹ ਹੀਰਾ ਭੇਟ ਕੀਤਾ ਸੀ ਬਹਾਦਰ ਸ਼ਾਹ ਨੇ, ਉਹਦਾ ਨਾਂ ਹੀਰਾ ਘਾਟ ਪੈ ਗਿਆ ਸੀ। ਇਹ ਜਦੋਂ ਨਗੀਨਾ ਭੇਟ ਕੀਤਾ ਤਾਂ ਉਸ ਸਮੇਂ ਦੇ ਉੱਤੇ ਉਹਦੇ ਮਨ 'ਚ ਵੀ ਮਾਣ ਆਇਆ ਕਿ ਇਹ ਬਹੁਤ ਮੁੱਲਾ ਨਗੀਨਾ ਵਾ ਅਤੇ ਮੈਂ ਗੁਰੂ ਸਾਹਿਬ ਨੂੰ ਭੇਟ ਕਰ ਰਿਹਾ। ਉਹਦਾ ਮਾਣ ਤੋੜਨ ਵਾਸਤੇ ਉਹ ਵੀ ਮਹਾਰਾਜ ਨਗੀਨਾ ਗੋਦਾਵਰੀ ਸੁੱਟ ਦਿੱਤਾ। ਉਹਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬਹੁਤ ਮੁੱਲਾ ਨਗੀਨਾ ਸੀ। ਮਹਾਰਾਜ ਕਹਿੰਦੇ ਭਾਈ ਜਿਹੜਾ ਤੇਰਾ ਨਗੀਨਾ ਵਾ ਪਹਿਚਾਣ ਕੇ ਚੁੱਕ ਲਾ। ਜਦੋਂ ਉਹਨੇ ਗੋਦਾਵਰੀ 'ਚ ਨਿਗਾਹ ਮਾਰੀ, ਨਿਰਮਲ ਜਲ ਵਗ ਰਿਹਾ ਸੀ। ਨਗੀਨੇ ਹੀ ਨਗੀਨੇ ਗੋਦਾਵਰੀ 'ਚ ਨਜ਼ਰ ਆਏ। ਉਹਦਾ ਮਨ ਟੁੱਟਾ, ਹੰਕਾਰ ਟੁੱਟਾ, ਭੁੱਲ ਮੰਗੀ, ਮਾਫੀ ਮੰਗੀ ਕਲਗੀਧਰ ਪਾਤਸ਼ਾਹ ਤੋਂ। ਮਹਾਰਾਜ ਨੇ ਉਹਦਾ ਲੋਕ ਤੇ ਪਰਲੋਕ ਸਵਾਰਿਆ। ਇਸੇ ਨਗੀਨਾ ਘਾਟ ਸਾਹਿਬ ਵਾਲੀ ਜਗ੍ਹਾ 'ਤੇ ਮਹਾਰਾਜ ਸਜੇ ਹੋਏ ਸਨ। ਇਸ ਤੋਂ ਉਪਰੰਤ ਅੱਗੇ ਜਿੱਥੇ ਗੁਰਦੁਆਰਾ ਬੰਦਾ ਘਾਟ ਹੈ, ਮਹਾਰਾਜ ਉਸ ਜਗ੍ਹਾ 'ਤੇ ਗਏ। ਜਦੋਂ ਉਸ ਜਗ੍ਹਾ 'ਤੇ ਗਏ ਤਾਂ ਉੱਥੇ ਮਾਧੋ ਦਾਸ ਬਰਾਗੀ ਰਹਿੰਦਾ ਸੀ, ਨਾਲ ਉਹਦੇ 52 ਵੀਰ ਹੋਰ ਚੇਲੇ ਉਹਦੇ ਰਹਿੰਦੇ ਸਨ। ਤਾਂ ਜਦੋਂ ਮਾਧੋ ਦਾਸ ਬਰਾਗੀ ਆਸਨ 'ਤੇ ਨਹੀਂ ਸੀ, ਕਿਤੇ ਗਿਆ ਸੀ, ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਉਹਦੇ ਪਲੰਘੇ 'ਤੇ ਜਾ ਬੈਠੇ।
ਉਹਦੇ ਚੇਲਿਆਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹ ਮਾਧੋ ਦਾਸ ਬਰਾਗੀ ਦਾ ਪਲੰਘ। ਮਹਾਰਾਜ ਚੁੱਪ ਕਰਕੇ ਬੈਠੇ ਰਹੇ। ਜਦੋਂ ਉਹਨਾਂ ਦੀ ਵਾਹ ਪੇਸ਼ ਮਹਾਰਾਜ ਦੇ ਸਾਹਮਣੇ ਕੋਈ ਨਾ ਗਈ, ਉਹਨਾਂ ਨੇ ਜਾ ਕੇ ਖਬਰ ਕੀਤੀ ਮਾਧੋ ਦਾਸ ਬਰਾਗੀ ਨੂੰ। ਉਹਨੇ ਆਪਣੀਆਂ ਸ਼ਕਤੀਆਂ ਭੇਜੀਆਂ, 52 ਵੀਰ ਭੇਜੇ, ਪਰ ਮਹਾਰਾਜ ਦਾ ਪਲੰਘਾ ਨਾ ਹਿਲਾ ਸਕੇ। ਫਿਰ ਆਪ ਆਇਆ, ਆਪ ਆਣ ਕੇ ਦੇਖਿਆ ਕਿ ਇਹ ਤਾਂ ਮੇਰੇ ਨੂੰ ਵੀ ਕੋਈ ਵੱਡਾ ਭਾਰੀ ਪੁਰਸ਼ ਆ ਵੀ ਜਿਹੜਾ ਪਲੰਘੇ 'ਤੇ ਬੈਠਾ। ਜਦੋਂ ਮਹਾਰਾਜ ਦਾ ਨੂਰ, ਮਹਾਰਾਜ ਦਾ ਜਲਾਲ ਦੇਖਿਆ, ਆਣ ਕੇ ਸੀਸ ਝੁਕ ਗਿਆ। ਮਾਧੋ ਦਾਸ ਬਰਾਗੀ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ। ਕਲਗੀਧਰ ਪਾਤਸ਼ਾਹ ਕਹਿੰਦੇ ਤੂੰ ਕੌਣ ਆ? ਮਾਧੋ ਦਾਸ ਬਰਾਗੀ ਕਹਿੰਦਾ ਮੈਂ ਬੰਦਾ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰ, ਇਹ ਨਾਟਕ ਝਟਕ ਕਿਉਂ ਕਰਨੇ ਆ? ਉਸ ਸਮੇਂ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕੋਈ ਬੰਦਿਆਂ ਵਾਲੇ ਕੰਮ ਕਰ। ਫਿਰ ਉਹਨੇ ਮਾਧੋ ਦਾਸ ਬਰਾਗੀ ਨੇ ਆਪਣੇ ਭੁੱਲਾਂ ਦੀ ਮਾਫੀ ਮੰਗੀ। ਕਲਗੀਧਰ ਪਾਤਸ਼ਾਹ ਨੇ ਉਹਨੂੰ ਲਿਆਣ ਕੇ ਇਸੇ ਨਗੀਨਾ ਘਾਟ ਸਾਹਿਬ ਜਿੱਥੇ ਮਹਾਰਾਜ ਦਾ ਆਸਣ ਸੀ, ਜਿੱਥੇ ਕਲਗੀਧਰ ਪਾਤਸ਼ਾਹ ਅੰਮ੍ਰਿਤ ਛਕਾਇਆ ਕਰਦੇ ਸਨ, ਇਸੇ ਨਗੀਨਾ ਘਾਟ ਸਾਹਿਬ ਵਾਲੀ ਜਗ੍ਹਾ 'ਤੇ ਆਣ ਕੇ ਕਲਗੀਧਰ ਪਾਤਸ਼ਾਹ ਨੇ ਮਾਧੋ ਦਾਸ ਬਰਾਗੀ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ। ਨਾਂ ਰੱਖਿਆ ਉਹਦਾ ਗੁਰਬਖਸ਼ ਸਿੰਘ। ਬੰਦੇ ਬਹਾਦਰ ਦਾ ਖਿਤਾਬ ਦਿੱਤਾ, ਬੰਦੇ ਬਹਾਦਰ ਦਾ ਖਿਤਾਬ ਦਿੱਤਾ। ਉਸ ਸਮੇਂ ਤੇ ਮਹਾਰਾਜ ਨੇ 5 ਤੀਰ ਦਿੱਤੇ, ਤੀਰ ਕਮਾਨ ਦਿੱਤਾ, ਤਾਂ ਨਿਸ਼ਾਨ ਸਾਹਿਬ ਦਿੱਤਾ, ਨਗਾਰਾ ਦਿੱਤਾ, 5 ਪਿਆਰੇ ਦਿੱਤੇ, 25 ਸਿੰਘ ਨਾਲ ਦਿੱਤੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ, ਬੁੱਧੂ ਸ਼ਾਹ ਦਾ ਬਦਲਾ ਲੈਣ ਵਾਸਤੇ। ਹੋਰ ਜਿੰਨੇ ਔਰੰਗਜ਼ੇਬ ਨੇ, ਸੂਬੇ ਸਰਹੰਦ ਨੇ ਜ਼ੁਲਮ ਕੀਤੇ ਸੀ, ਉਹਨਾਂ ਦਾ ਉਹਨਾਂ ਨੂੰ ਫਲ ਚੁਕਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਥਾਪ ਕੇ ਇਸੇ ਨਗੀਨਾ ਘਾਟ ਸਾਹਿਬ ਵਾਲੀ ਜਗ੍ਹਾ ਤੋਂ, ਹਜ਼ੂਰ ਸਾਹਿਬ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰਿਆ, ਥਾਪੜਾ ਦੇ ਕੇ। ਉਸ ਤੋਂ ਉਪਰੰਤ ਨਗੀਨਾ ਘਾਟ ਦੇ ਸਾਹਮਣੇ ਜਿਹੜਾ ਜੰਗਲ ਦਾ ਕੋਣਾ ਖਾਲੀ ਸੀ, ਇਸ ਜਗ੍ਹਾ 'ਤੇ ਕਲਗੀਧਰ ਪਾਤਸ਼ਾਹ ਦਾ ਲੰਗਰ ਚੱਲਦਾ ਸੀ। ਦੋਵੇਂ ਟਾਈਮ ਦੀਵਾਨ ਸਜਦਾ ਸੀ, ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ। ਤਾਂ ਇਸੇ ਜਗ੍ਹਾ 'ਤੇ ਸੂਰਜ ਪ੍ਰਕਾਸ਼ ਦੀ ਗ੍ਰੰਥ ਵਿੱਚ ਵੀ ਲਿਖਿਆ, ਦਸਮ ਦੀ ਬਾਣੀ ਦੇ ਅਰਥ ਕਰਕੇ, ਦਸਮ ਗ੍ਰੰਥ ਦੇ ਅਰਥ ਕਰਕੇ, ਦਸਮ ਦੀ ਬਾਣੀ ਦੇ ਅਰਥ ਕਰਕੇ ਪਹਿਲੀ ਵਾਰ ਇਸ ਜਗ੍ਹਾ 'ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਬਖਾਨ ਵਿੱਚ ਸੁਣਾਏ। ਇਸੇ ਜਗ੍ਹਾ 'ਤੇ ਸਰਬਲੋ ਗ੍ਰੰਥ ਦੀ ਰਚਨਾ ਕੀਤੀ। ਇਸੇ ਟਾਈਮ 'ਤੇ ਇਸੇ ਜਗ੍ਹਾ 'ਤੇ ਦੋਵੇਂ ਟਾਈਮ ਦੀਵਾਨ ਸਜਦਾ ਸੀ। ਸਵੇਰੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ, ਪਿੱਛੇ ਨਿਹੰਗਾਂ ਸਿੰਘਾਂ ਦੀ ਛਾਉਣੀ, ਉੱਥੇ ਮਹਾਰਾਜ ਦੇ ਘੋੜੇ ਵੱਜਦੇ ਸਨ। ਤਾਂ ਇਸ ਜਗ੍ਹਾ 'ਤੇ ਜਿੱਥੇ ਗੁਰਦੁਆਰਾ ਬਣਿਆ, ਇਸ ਜਗ੍ਹਾ 'ਤੇ ਤੰਬੂ ਲੱਗਾ ਸੀ, ਮਹਾਰਾਜ ਦਾ ਆਸਣ ਲੱਗਾ ਸੀ, ਅਤੇ ਤੰਬੂ ਦੇ ਸਾਹਮਣੇ ਮਹਾਰਾਜ ਦਾ ਲੰਗਰ ਚੱਲਦਾ ਸੀ। ਉਸ ਸਮੇਂ ਦੇ ਉੱਤੇ ਜਿੱਥੇ ਦੋਵੇਂ ਟਾਈਮ ਦੀਵਾਨ ਸਜਦਾ ਸੀ, ਉਸ ਜਗ੍ਹਾ ਦੇ ਉੱਤੇ ਮਹਾਰਾਜ ਪਲੰਘੇ 'ਤੇ ਸ਼ਸਤਰ ਸਜਾ ਕੇ ਉਹਨਾਂ ਦੇ ਉੱਤੇ ਚੌਰ ਕਰਵਾਇਆ ਕਰਦੇ ਸਨ, ਉਹਨਾਂ ਦੇ ਉੱਤੇ ਚੌਰ ਕਰਵਾਇਆ ਕਰਦੇ ਸਨ, ਸਤਿਕਾਰ ਕਰਾਇਆ ਕਰਦੇ ਸਨ। ਉੱਧਰੋਂ ਬਹਾਦਰ ਸ਼ਾਹ ਸਿਕੰਦਰਾਬਾਦ ਠਹਿਰਿਆ ਹੋਇਆ ਸੀ। ਬਹਾਦਰ ਸ਼ਾਹ ਨੇ ਆਪਣੇ ਜਰਨੈਲਾਂ ਨੂੰ ਭੇਜਿਆ ਕਿ ਜਾਓ, ਦੀਵਾਲੀ ਆਈ ਆ, ਨਾਲੇ ਦੀਵਾਲੀ ਮੁਬਾਰਕ ਦੇ ਕੇ ਆਓ, ਨਾਲੇ ਕਲਗੀਧਰ ਪਾਤਸ਼ਾਹ ਦੇ ਜ਼ਖਮ ਦਾ ਹਾਲ ਪੁੱਛ ਕੇ ਆਓ, ਜਿਹੜਾ ਖੰਜਰ ਲੱਗਾ ਸੀ, ਟਾਂਕੇ ਲੱਗੇ ਸੀ, ਉਹਦਾ ਕੀ ਹਾਲ ਹੈ। ਜਦੋਂ ਬਹਾਦਰ ਸ਼ਾਹ ਦੇ ਭੇਜੇ ਹੋਏ ਜਰਨੈਲ ਇਸੇ ਨਗੀਨਾ ਘਾਟ ਸਾਹਿਬ ਦੀ ਜਗ੍ਹਾ 'ਤੇ ਆਏ, ਉਸ ਸਮੇਂ ਦੇ ਉੱਤੇ ਉਹਨਾਂ ਆਣ ਕੇ ਕੀ ਦੇਖਿਆ ਕਿ ਸ਼ਸਤਰਾਂ ਦੇ ਉੱਤੇ ਚੌਰ ਹੋ ਰਿਹਾ। ਉਹਨਾਂ ਨੇ ਆਪਣੇ ਮਨ 'ਚ ਵੇਖਿਆ ਵੀ ਕਲਗੀਧਰ ਪਾਤਸ਼ਾਹ ਦੇ ਉੱਤੇ ਚੌਰ ਹੁੰਦਾ ਵੇਖਿਆ ਸੀ, ਪਰ ਇਹ ਸ਼ਸਤਰਾਂ ਦੇ ਉੱਤੇ ਵੀ ਚੌਰ ਹੋ ਰਿਹਾ। ਜਿਹੜਾ ਚੌਰ ਕਰਨ ਵਾਲਾ ਸਿੰਘ ਸੀ, ਉਹਨੂੰ
ਬੇਨਤੀ ਕਰਕੇ ਉਹਨਾਂ ਪੁੱਛਿਆ ਕਿ ਇਹ ਤੁਸੀਂ ਚੌਰ ਕਿਉਂ ਕਰਦੇ? ਉਹਨਾਂ ਹੁਕਮ ਦਿੱਤਾ, ਕਲਗੀਧਰ ਪਾਤਸ਼ਾਹ ਦਾ ਹੁਕਮ ਹੈ, ਇਸ ਕਰਕੇ ਉੱਥੇ ਚੌਰ ਕਰਦੇ ਆ। ਉਸੇ ਹੀ ਸ਼ਸਤਰਾਂ ਦੇ ਵਿੱਚ ਇੱਕ ਬਹੁਤ ਵੱਡੇ ਆਕਾਰ ਦਾ ਧੁੰਚ ਪਿਆ ਸੀ। ਉਹਨਾਂ ਨੇ ਫਿਰ ਸਿੱਖ ਨੂੰ ਪੁੱਛਿਆ ਵੀ ਇਹ ਜਿਹੜਾ ਧੁੰਚ ਏਡਾ ਵੱਡਾ ਪਿਆ ਵਾ, ਕਲਗੀਧਰ ਪਾਤਸ਼ਾਹ ਚਲਾਉਂਦੇ ਆ ਕਿ ਡਰਾਵੇ ਵਾਸਤੇ ਰੱਖਿਆ? ਸਿੰਘ ਕਹਿੰਦੇ ਮਹਾਰਾਜ ਜਦੋਂ ਆਪਣੀ ਮੌਜ ਵਿੱਚ ਆਉਂਦੇ ਆ ਉਹਦੇ ਉੱਤੇ ਚੱਲਾ ਚਾੜਦੇ ਆ, ਚਲਾਉਂਦੇ ਆ। ਉਹਨਾਂ ਦੇ ਮਨ 'ਚ ਵੀ ਫਿਰ ਵੀ ਸ਼ੰਕਾ ਰਹਿ ਗਿਆ। ਤੰਬੂ ਵਿੱਚ ਗਏ, ਜਾ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਮਹਾਰਾਜ ਦੇ ਸਰੀਰ ਦਾ ਹਾਲ ਚਾਲ ਪੁੱਛਿਆ, ਜ਼ਖਮ ਦਾ ਹਾਲ ਚਾਲ ਪੁੱਛਿਆ। ਉਸ ਤੋਂ ਉਪਰੰਤ ਉਹਨਾਂ ਕਹਿੰਦੇ ਵੀ ਮਹਾਰਾਜ ਇਹ ਸ਼ਸਤਰਾਂ ਦੇ ਉੱਤੇ ਤੁਸੀਂ ਚੌਰ ਕਰਵਾ ਰਹੇ ਜੇ, ਇਹਦਾ ਕੀ ਕਾਰਨ ਹੈ? ਮਹਾਰਾਜ ਕਹਿੰਦੇ ਸਾਡੇ ਪੀਰ ਆ, ਇਹ ਸਾਡੇ ਤੋਂ ਵੀ ਮਹਾਨ ਆ, ਇਸ ਕਰਕੇ ਇਹਨਾਂ ਦੇ ਉੱਤੇ ਅਸੀਂ ਚੌਰ ਕਰਵਾ ਰਹੇ ਹਾਂ। ਮਹਾਰਾਜ ਕਹਿੰਦੇ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸਾਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਮਹਾਰਾਜ ਕਹਿੰਦੇ ਸਾਡੇ ਪੀਰ ਆ, ਇਹ ਸਾਡੇ ਤੋਂ ਵੀ ਮਹਾਨ ਆ, ਇਸ ਕਰਕੇ ਅਸੀਂ ਇਹਨਾਂ ਸ਼ਸਤਰਾਂ ਦੇ ਉੱਤੇ ਚੌਰ ਕਰਵਾ ਰਹੇ ਹਾਂ। ਫਿਰ ਉਹਨਾਂ ਬਚਨ ਕੀਤਾ, ਮਹਾਰਾਜ ਜਿਹੜਾ ਏਡੇ ਆਕਾਰ ਦਾ ਧੁੰਚ ਪਿਆ ਇਹ ਤੁਸੀਂ ਚਲਾਉਂਦੇ ਜੇ ਕਿ ਡਰਾਵੇ ਵਾਸਤੇ ਰੱਖਿਆ? ਮਹਾਰਾਜ ਕਿਸੇ ਦਾ ਸ਼ੰਕਾ ਨਹੀਂ ਸੀ ਰਹਿਣ ਦਿੰਦੇ। ਮਹਾਰਾਜ ਤੰਬੂ ਵਿੱਚੋਂ ਉੱਠ ਕੇ ਬਾਹਰ ਆਏ, ਜਿੱਥੇ ਸ਼ਸਤਰ ਸਜਾਏ ਹੋਏ ਸਨ। ਉੱਥੋਂ ਮਹਾਰਾਜ ਨੇ ਉਹ ਧੁੰਚ ਚੁੱਕਿਆ, ਉਹਦੇ ਉੱਤੇ ਚਿੱਲਾ ਚਾੜਿਆ। ਜਦੋਂ ਜ਼ੋਰ ਨਾਲ ਤੰਦੀ ਖਿੱਚੀ ਤੇ ਤੀਰ ਚਲਾਇਆ, ਤੀਰ ਤਾਂ 2-3 ਮਿਲਾਂ ਤੇ ਜਾ ਡਿੱਗਾ। ਇੱਧਰੋਂ ਜ਼ੋਰ ਲਾਉਣ ਦੇ ਨਾਲ ਉਹ ਟਾਂਕੇ ਜਿਹੜੇ ਸੀ ਹੀਰਾ ਘਾਟ ਲੱਗੇ, ਉਹ ਅਜੇ ਅੱਲੇ ਸਨ, ਕੱਚੇ ਸਨ। ਉਹ ਟਾਂਕੇ ਜਿਹੜੇ ਆ ਉਹ ਟੁੱਟ ਗਏ। ਜਦੋਂ ਟਾਂਕੇ ਟੁੱਟੇ ਖੂਨ ਵਹਿਣ ਲੱਗਾ। ਉਸ ਸਮੇਂ ਦੇ ਉੱਤੇ ਜਦੋਂ ਖੂਨ ਵਹਿਣ ਲੱਗਾ ਤੇ ਸਿੰਘਾਂ ਨੇ ਕਿਹਾ ਮਹਾਰਾਜ ਇਹ ਟਾਂਕੇ ਟੁੱਟ ਗਏ ਆ, ਹੁਣ ਦੁਬਾਰਾ ਟਾਂਕੇ ਲਾਉਣੇ ਪੈਣਗੇ। ਕਲਗੀਧਰ ਪਾਤਸ਼ਾਹ ਕਹਿੰਦੇ ਹੁਣ ਟਾਂਕੇ ਨਹੀਂ ਲਾਉਣੇ, ਹੁਣ ਸਾਡੇ ਕਮਰ ਕੱਸੇ ਆ। ਇਸ ਧਰਤੀ ਨੂੰ ਕਲਗੀਧਰ ਪਾਤਸ਼ਾਹ ਦੇ ਪਵਿੱਤਰ ਖੂਨ ਦੀ ਛੋਹ ਪ੍ਰਾਪਤ ਆ। ਇੱਕ ਇਸ ਧਰਤੀ ਨੂੰ, ਇੱਕ ਹੀਰਾ ਘਾਟ ਸਾਹਿਬ ਵਾਲੀ ਜਗ੍ਹਾ, ਉੱਥੇ ਖੂਨ ਡੁੱਲਾ ਕਲਗੀਧਰ ਪਾਤਸ਼ਾਹ ਦਾ। 2 ਜਗ੍ਹਾ ਖੂਨ ਜਿਹੜਾ ਵਾ ਕਲਗੀਧਰ ਪਾਤਸ਼ਾਹ ਦਾ ਵਗਿਆ। ਇਸ ਧਰਤੀ ਨੂੰ ਖੂਨ ਦੀ ਛੋਹ ਪ੍ਰਾਪਤ ਆ। ਕਲਗੀਧਰ ਪਾਤਸ਼ਾਹ ਨੇ ਟਾਂਕੇ ਨਹੀਂ ਲਵਾਏ, ਘੁੱਟ ਕੇ ਕਮਰ ਕੱਸਾ ਬੰਨ੍ਹ ਲਿਆ। ਜਦੋਂ ਘੁੱਟ ਕੇ ਕਮਰ ਕੱਸਾ ਬੰਨ੍ਹ ਲਿਆ, ਉਸ ਸਮੇਂ ਦੇ ਉੱਤੇ ਦੂਸਰਾ ਮਹਾਰਾਜ ਨੇ ਉੱਥੋਂ ਧੁੰਚ ਚੁੱਕਿਆ, ਉੱਥੇ ਚਿੱਲਾ ਚਾੜਿਆ। ਇਸ ਨਗੀਨਾ ਘਾਟ ਸਾਹਿਬ ਵਾਲੀ ਜਗ੍ਹਾ ਤੋਂ ਮਹਾਰਾਜ ਨੇ ਤੀਰ ਛੱਡਿਆ। ਸੱਚਖੰਡ ਸਾਹਿਬ ਜਿੱਥੇ ਥੱਲੇ ਵਾਲਾ ਨਿਸ਼ਾਨ ਸਾਹਿਬ ਆ, ਇੱਥੇ ਇੱਕ ਜਗ੍ਹਾ ਹੁੰਦੀ ਸੀ ਮਸੀਤ, ਉਹਦੀ ਦੀਵਾਰ ਵਿੱਚ ਜਾ ਕੇ ਲੱਗਾ। ਜਦੋਂ ਉਹ ਜਗ੍ਹਾ ਦੀ ਦੀਵਾਰ ਵਿੱਚ ਜਾ ਕੇ ਲੱਗਾ ਵਾ, ਕਹਿਣ ਤੋਂ ਭਾਵ ਕਿ ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਨਗੀਨਾ ਘਾਟ ਸਾਹਿਬ ਤੋਂ ਆਪਣਾ ਆਸਣ ਚੱਕਿਆ ਤੇ ਜਿੱਥੇ ਤਖਤ ਸੱਚਖੰਡ ਸਾਹਿਬ ਆ, ਇਸ ਜਗ੍ਹਾ ਤੇ ਮਹਾਰਾਜ ਨੇ ਜਾ ਕੇ ਆਪਣਾ ਆਸਣ ਲਾ ਲਿਆ। ਉਹ ਜਿਹੜੇ ਜਗ੍ਹਾ ਵਾਲੇ ਸੀ ਉਹਨਾਂ ਨੇ ਇਤਰਾਜ਼ ਕੀਤਾ ਵੀ ਸਾਡੀ ਜਗ੍ਹਾ ਤੇ ਮਹਾਰਾਜ ਆਣ ਕੇ ਬੈਠ ਗਏ, ਪਰ ਮਹਾਰਾਜ ਦੇ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਉਸ ਸਮੇਂ ਦੇ ਉੱਤੇ ਉਹਨਾਂ ਜਾ ਕੇ ਬਹਾਦਰ ਸ਼ਾਹ ਨੂੰ ਸ਼ਿਕਾਇਤ ਕੀਤੀ ਸਿਕੰਦਰਾਬਾਦ। ਜਦੋਂ ਬਹਾਦਰ ਸ਼ਾਹ ਨੂੰ ਸ਼ਿਕਾਇਤ ਕੀਤੀ ਵੀ ਸਾਡੀ ਜਗ੍ਹਾ ਮੰਨ ਲਈ ਆ, ਬਹਾਦਰ ਸ਼ਾਹ ਨੂੰ ਲੈ ਕੇ ਆਏ। ਜਦੋਂ ਬਹਾਦਰ ਸ਼ਾਹ ਆਇਆ, ਹੁਣ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਰਾਜ ਦਿਵਾਇਆ ਸੀ, ਮਹਾਰਾਜ ਦਾ ਸ਼ਰਧਾਲੂ ਸੀ। ਬਹਾਦਰ ਸ਼ਾਹ ਨੇ ਆਣ ਕੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਬੇਨਤੀ ਕੀਤੀ, ਮਹਾਰਾਜ ਇਹ ਲੋਕ ਸਾਡੇ ਸਮਝਾਇਆ ਨਹੀਂ ਸਮਝਣਗੇ, ਤੁਸੀਂ ਆਪ ਕਿਰਪਾ ਕਰਕੇ ਇਹਨਾਂ ਨੂੰ ਸਮਝਾਓ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਇਹਨਾਂ ਦੀ ਤਾਂ ਕੇਵਲ ਜਗ੍ਹਾ ਦੀ ਸੰਭਾਲ ਹੀ ਸੀ, ਇਹ ਸਾਡਾ ਸਤਯੁਗ ਦਾ ਤਪ ਸਥਾਨ ਆ। ਕਹਿੰਦੇ 4 ਯੁੱਗ ਇਸ ਜਗ੍ਹਾ ਤੇ ਅਸੀਂ ਤਪੱਸਿਆ ਕੀਤੀ ਹੈ। 4 ਕੁੰਡ ਹੇਮਕੁੰਡ ਕੀਤੀ ਮਹਾਰਾਜ ਨੇ, ਉਹ ਤੋਂ ਪਹਿਲਾਂ 4 ਯੁੱਗ ਮਹਾਰਾਜ ਨੇ ਇਸ ਸੱਚਖੰਡ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਤਪੱਸਿਆ ਕੀਤੀ।
ਇਹ ਜਿਹੜਾ ਇੱਥੇ ਆਉਣ ਦਾ ਕਾਰਨ ਉਹ ਇਹੋ ਹੀ ਸੀ ਵੀ ਮਹਾਰਾਜ ਨੇ ਉਹ ਆਪਣਾ ਤਪ ਸਥਾਨ ਪ੍ਰਗਟ ਕਰਨਾ ਸੀ। 4 ਯੁੱਗ ਮਹਾਰਾਜ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ। ਮਰ ਕੇ ਜਗ੍ਹਾ ਪੁੱਟੋ, ਸਾਡੀਆਂ ਨਿਸ਼ਾਨੀਆਂ ਨਿਕਲਣਗੀਆਂ। ਜਦੋਂ ਜਗ੍ਹਾ ਪਟਵਾਈ, ਉਹਦੇ ਥੱਲਿਓ ਮਹਾਰਾਜ ਦੀਆਂ ਖੜਾਵਾਂ ਨਿਕਲੀਆਂ, ਕਮੰਡਲ ਨਿਕਲਿਆ, ਮਾਲਾ ਨਿਕਲੀ, ਵਰਾਗਨ ਨਿਕਲੀ, ਆਸਨ ਨਿਕਲਿਆ। ਸਾਰਿਆਂ ਨੂੰ ਯਕੀਨ ਆ ਗਿਆ ਕਿ ਜਿਹੜੀਆਂ ਕਲਗੀਧਰ ਪਾਤਸ਼ਾਹ ਨੇ ਨਿਸ਼ਾਨੀਆਂ ਦੱਸੀਆਂ ਸੀ ਉਹ ਪ੍ਰਗਟ ਹੋਈਆਂ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੇ ਨਾਲ ਧੱਕਾ ਨਹੀਂ ਕਰਦੇ। ਕਲਗੀਧਰ ਪਾਤਸ਼ਾਹ ਨੇ ਉਹ ਜਗ੍ਹਾ ਵਾਲਿਆਂ ਨੂੰ ਆਪਣੇ ਖਜ਼ਾਨੇ 'ਚੋਂ ਪੈਸਾ ਦਿੱਤਾ ਵੀ ਤੁਸੀਂ ਆਪਣੀ ਜਗ੍ਹਾ ਹੋਰ ਜਾ ਕੇ ਕਿਤੇ ਬਣਾ ਲਓ। ਉਹਨਾਂ ਨੇ ਪੈਸਾ ਲਿਆ, ਆਪਣੀ ਜਗ੍ਹਾ ਹੋਰ ਜਾ ਕੇ ਕਿਤੇ ਬਣਾਈ। ਇਹ ਕਹਿਣ ਤੋਂ ਭਾਵ ਕਿ ਇਸ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਫਿਰ ਸਾਫ਼ ਸਫਾਈ ਕਰਵਾਈ। ਦੀਵਾਲੀ ਤੋਂ ਇੱਕ ਦਿਨ ਪਹਿਲਾਂ ਨਾ ਉਸ ਤੋਂ ਉਪਰੰਤ ਜਦੋਂ ਉਹਨਾਂ ਨੂੰ ਕਹਿਣ ਤੋਂ ਭਾਵ ਕਿ ਜਗ੍ਹਾ ਉਹਨਾਂ ਤੋਂ ਖਾਲੀ ਕਰਵਾਈ, ਉਸ ਤੋਂ ਉਪਰੰਤ ਬਹਾਦਰ ਸ਼ਾਹ ਤੋਂ 4 ਯੋਜਨ ਧਰਤੀ ਜਿਹੜੀ ਆ ਕਲਗੀਧਰ ਪਾਤਸ਼ਾਹ ਨੇ ਖਰੀਦੀ ਆ। ਆਪਣੇ ਖਜ਼ਾਨੇ ਦੇ ਵਿੱਚੋਂ ਬਹਾਦਰ ਸ਼ਾਹ ਨੂੰ ਪੈਸਾ ਦਿੱਤਾ ਤੇ ਬਹਾਦਰ ਸ਼ਾਹ ਨੇ ਬਹਾਦਰ ਸ਼ਾਹ ਦੇ ਸਾਈਨ ਕਰਵਾਏ, ਰਜਿਸਟਰੀ ਕਰਾਈ ਇਸ ਜਗ੍ਹਾ ਦੀ। 4 ਯੋਜਨ ਕਲਗੀਧਰ ਪਾਤਸ਼ਾਹ ਨੇ ਇਹ ਜਗ੍ਹਾ ਖਰੀਦੀ ਆ ਵੀ ਕੱਲ੍ਹ ਨੂੰ ਕੋਈ ਖਾਲਸੇ ਵੱਲੇ, ਮੇਰੇ ਪੰਥ ਵੱਲੇ ਉਂਗਲ ਨਾ ਕਰੇ। ਕੋਈ ਇਹ ਨਾ ਕਵੇ ਵੀ ਅਸੀਂ ਤੁਹਾਡੇ ਗੁਰੂ ਨੂੰ ਦਾਨ ਦਿੱਤੀ ਸੀ, ਕੋਈ ਇਹ ਨਾ ਕਵੇ ਕਿ ਤੁਹਾਡੇ ਗੁਰੂ ਨੇ ਕਬਜ਼ਾ ਕੀਤਾ ਸੀ। ਮਹਾਰਾਜ ਨੇ ਉਹ ਸਾਰੇ ਸ਼ੰਕੇ ਦੂਰ ਕਰਨ ਵਾਸਤੇ ਮਹਾਰਾਜ ਨੇ ਆਪਣੇ ਖਜ਼ਾਨੇ ਵਿੱਚੋਂ ਬਹਾਦਰ ਸ਼ਾਹ ਨੂੰ ਪੈਸਾ ਦਿੱਤਾ ਤੇ ਮੁੱਲ ਖਰੀਦੀ ਹੈ। ਖਾਲਸੇ ਦੀ ਵਿਰਾਸਤ ਬਣਾਈ ਹੈ, ਖਾਲਸੇ ਦੀ ਵਿਰਾਸਤ ਬਣਾਈ ਹੈ, ਖਾਲਸੇ ਦੀ ਜਾਇਦਾਦ ਬਣਾਈ ਹੈ। ਉਸ ਸਮੇਂ ਦੇ ਉੱਤੇ ਕਹਿਣ ਤੋਂ ਭਾਵ ਕਿ ਇਸ ਤਰ੍ਹਾਂ ਕਹਿ ਲਈਏ ਕਿ 4 ਕੋਹਾਂ ਦਾ 1 ਯੋਜਨ ਹੁੰਦਾ ਤੇ 4 ਚੌਕੇ 16 ਕੋਹ ਅੱਜ ਦੇ 68 ਕਿਲੋਮੀਟਰ। ਕਿੰਨੇ? ਅੱਜ ਦੇ 68 ਕਿਲੋਮੀਟਰ ਇਹ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਰੀਦੀ ਆ। ਕਈ ਪਿੰਡ ਇਹਦੇ 'ਚ ਆਉਂਦੇ ਆ। ਏਡੀ ਵੱਡੀ ਵਿਰਾਸਤ ਖਾਲਸੇ ਦੀ ਇਹ ਮਹਾਰਾਸ਼ਟਰ ਦੀ ਧਰਤੀ ਤੇ ਬਣਾਈ। ਫਿਰ ਕਹਿਣ ਤੋਂ ਭਾਵ ਕਲਗੀਧਰ ਪਾਤਸ਼ਾਹ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਜਿਵੇਂ ਆਪਾਂ ਘਰਾਂ ਵਿੱਚ ਸਾਫ਼ ਸਫਾਈ ਕਰਾਉਣੇ ਆ, ਇਸੇ ਤਰ੍ਹਾਂ ਸਾਫ਼ ਸਫਾਈ ਉਹ ਜਗ੍ਹਾ ਦੀ ਕਰਾਈ। ਮਹਾਰਾਜ ਨੇ ਸ਼ਸਤਰ ਵਿਦਿਆ ਦਾ ਉਪਦੇਸ਼ ਦਿੱਤਾ ਕਿ ਖਾਲਸੇ ਨੇ ਸ਼ਸਤਰ ਪੂਜਾ ਕਿੱਦਾਂ ਕਰਨੀ, ਖਾਲਸੇ ਦੀਆਂ ਮਰਜ਼ਾਦਾ ਕੀ ਆ। ਸਾਰਾ ਮਹਾਰਾਜ ਨੇ ਖਾਲਸੇ ਨੂੰ ਖੁੱਲ੍ਹਾ ਸੰਦੇਸ਼ ਬਖਸ਼ਿਸ਼ ਕੀਤਾ ਵਾ ਤੇ ਸ਼ਸਤਰਾਂ ਦੀ ਸਾਫ਼ ਸਫਾਈ, ਜੋ ਸਾਜੋ ਸਮਾਨ ਸੀ ਦੀ ਸਾਫ਼ ਸਫਾਈ ਕਰਾਈ, ਜਗ੍ਹਾ ਦੀ ਸਾਫ਼ ਸਫਾਈ ਕਰਾਈ। ਉਸ ਤੋਂ ਅਗਲੇ ਦਿਨ ਦੀਵਾਲੀ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਸਮੁੱਚੇ ਖਾਲਸੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਬੰਦੀ ਛੋੜ ਦਾਤਾ ਦੀ ਯਾਦ ਵਿੱਚ, ਗੁਰੂ ਹਰਗੋਬਿੰਦ ਪਾਤਸ਼ਾਹ ਦੀ ਯਾਦ ਵਿੱਚ, ਬੰਦੀ ਛੋੜ ਦੀ ਯਾਦ ਵਿੱਚ ਇਸ ਜਗ੍ਹਾ ਤੇ ਦੀਵਾਲੀ ਮਨਾਈ ਖਾਲਸੇ ਨੇ। ਜਦੋਂ ਦੀਵਾਲੀ ਮਨਾਈ ਉਸ ਤੋਂ ਉਪਰੰਤ ਦੀਵਾਲੀ ਤੋਂ ਅਗਲੇ ਦਿਨ ਜਿਹਨੂੰ ਦੂਜ ਕਹਿ ਦਿੰਦੇ ਆ, ਉਸ ਸਮੇਂ ਤੇ ਮਹਾਰਾਜ ਨੇ ਜਿੱਥੇ ਥੱਲੇ ਵਾਲਾ ਨਿਸ਼ਾਨ ਸਾਹਿਬ ਇਸ ਜਗ੍ਹਾ ਤੇ ਮਹਾਰਾਜ ਨੇ ਤੰਬੂ ਲਵਾਇਆ। ਬਹੁਤ ਵੱਡੇ ਆਕਾਰ ਦਾ ਤੰਬੂ ਲਵਾਇਆ ਤੇ ਤੰਬੂ ਲਵਾ ਕੇ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤਾਂ ਸਾਰੇ ਖਾਲਸੇ ਦੀ ਇਕੱਤਰਤਾ ਉਸ ਤੰਬੂ ਵਿੱਚ ਬੁਲਾਈ। ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਸਾਰੇ ਖਾਲਸੇ ਨੂੰ ਬੁਲਾ ਕੇ ਬੜਾ ਖੁੱਲ੍ਹਾ ਸੰਦੇਸ਼ ਬਖਸ਼ਿਸ਼ ਕੀਤਾ ਕਿ ਅੱਜ ਤੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਲੱਗੇ ਹਾਂ ਤੇ ਸਮੁੱਚੇ ਪੰਥ ਨੇ, ਸਮੁੱਚੇ ਸੰਸਾਰ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ। ਦੇਹਧਾਰੀ ਗੁਰੂ ਦੀ ਪ੍ਰਥਾ ਅਸੀਂ ਬੰਦ ਲੱਗੇ ਕਰਨ, ਸ਼ਬਦ ਗੁਰੂ ਨੂੰ ਅਸੀਂ ਗੁਰਗੱਦੀ ਦੇਣ ਲੱਗੇ। ਇਹ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਔਰ
ਖੁੱਲ੍ਹਾ ਸੰਦੇਸ਼ ਬਖਸ਼ਿਸ਼ ਕੀਤਾ। 52 ਜਿਹੜੇ ਉੱਤਰ ਪ੍ਰਸ਼ਨ ਇਸ ਧਰਤੀ ਤੇ ਹੋਏ ਆ, ਉਸ ਸਮੇਂ ਦੇ ਉੱਤੇ ਇਸ ਜਗ੍ਹਾ ਤੇ ਮਹਾਰਾਜ ਨੇ ਖਾਲਸੇ ਦੇ ਸਵਾਲਾਂ ਦਾ ਜਵਾਬ ਦਿੱਤਾ। ਉਹ ਖਾਲਸੇ ਦੇ ਪ੍ਰਤੀ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ। ਬੜਾ ਲੰਮਾ ਸੰਦੇਸ਼ ਕਿ ਖਾਲਸੇ ਦੀ ਮਰਜ਼ਾਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਕੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਿੱਦਾਂ, ਖਾਲਸੇ ਦੀ ਪੂਜਾ ਕਿੱਦਾਂ ਕਰਨੀ ਹੈ, ਇਹ ਖਾਲਸੇ ਨੇ ਵਿਚਰਨਾ ਕਿੱਦਾਂ ਸੰਸਾਰ ਵਿੱਚ, ਖਾਲਸੇ ਦੀ ਮਰਜ਼ਾਦਾ ਕੀ ਹੈ, ਪੰਥ ਦੀ ਮਰਜ਼ਾਦਾ ਕੀ ਹੈ, ਇਹ ਸਾਰੇ ਬਚਨ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਤੋਂ ਪਹਿਲਾਂ ਮਹਾਰਾਜ ਨੇ ਸਾਰੇ ਸਮਝਾਏ। ਤਾਂ ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ 5 ਪੈਸੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਦੀਆਂ 5 ਪਰਿਕਰਮਾ ਕੀਤੀਆਂ। ਤਾਂ ਉਸ ਸਮੇਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ, 5 ਪੈਸੇ ਨਾਰੀਅਲ ਭੇਟ ਕੀਤਾ। ਤਾਂ ਆਪਣੀ ਜੋਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਤੇ ਗੁਰਗੱਦੀ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੁਣਾਈ। ਉਸ ਸਮੇਂ ਤੇ ਕਲਗੀਧਰ ਪਾਤਸ਼ਾਹ ਨੇ ਹੁਕਮਨਾਮਾ ਲਿਆ ਤੇ ਕੋਈ ਲਿਖਾਰੀ ਲਿਖਦਾ ਕੁਝ, ਪਰ ਸਭ ਤੋਂ ਪਹਿਲਾ ਹੁਕਮਨਾਮਾ ਜਿਹੜਾ ਇਸ ਧਰਤੀ ਤੇ ਆਇਆ ਸੀ, ਸੋਹੀ ਮਹੱਲਾ 5ਵਾਂ। ਅਬ ਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪ ਸਭ ਪਾਇਆ ਰਾਮ, ਮਨ ਇੱਛੇ ਸੇਈ ਫਲ ਪਾਏ, ਕਰਤੇ ਆਪ ਵਸਾਇਆ ਰਾਮ। ਇਹ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਇਹ ਸਭ ਤੋਂ ਪਹਿਲੀ ਵਾਰ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਉਪਰੰਤ ਆਇਆ ਸੀ। ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਨੇ ਹੁਕਮ ਫੇਰ ਕੀਤਾ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਉਸ ਸਮੇਂ ਦੇ ਉੱਤੇ ਕਹਿਣ ਤੋਂ ਭਾਵ ਕਿ ਮਹਾਰਾਜ ਨੇ ਕਿਹਾ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਸੀਂ ਪੰਥ ਦੀ ਸਾਜਨਾ ਕੀਤੀ ਹੈ ਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਆ। ਅੱਜ ਤੋਂ ਤੁਸੀਂ ਦੇਹਧਾਰੀ ਗੁਰੂ ਨੂੰ ਨਹੀਂ ਮੰਨਣਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ ਹੈ, ਅਖੰਡ ਪਾਠ ਕਰਨੇ ਆ, ਕਥਾ ਕੀਰਤਨ ਕਰਨਾ। ਫਿਰ ਮਹਾਰਾਜ ਨੇ ਖੁੱਲ੍ਹਾ ਸੰਦੇਸ਼ ਕੀਤਾ। ਉਸ ਤੋਂ ਉਪਰੰਤ ਦੀਵਾਨ ਸਜਦੇ ਰਹੇ, ਕਥਾ ਕੀਰਤਨ ਹੁੰਦਾ ਰਿਹਾ, ਜਿਹਨੂੰ ਪੰਚਵੀ ਕਹਿ ਦਿੰਦੇ। ਦੀਵਾਲੀ ਤੋਂ 5 ਦਿਨ ਬਾਅਦ ਕਲਗੀਧਰ ਪਾਤਸ਼ਾਹ ਨੇ ਫਿਰ ਉਸੇ ਤੰਬੂ ਵਿੱਚ ਮਹਾਰਾਜ ਨੇ ਪ੍ਰਕਾਸ਼ ਕਰਾਇਆ ਗੁਰੂ ਗ੍ਰੰਥ ਸਾਹਿਬ ਦਾ। ਤਾਂ ਉਸ ਸਮੇਂ ਦੇ ਉੱਤੇ ਫਿਰ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਇਕੱਤਰਤਾ ਬੁਲਾਈ। ਉਸ ਦਿਨ ਕਲਗੀਧਰ ਪਾਤਸ਼ਾਹ ਨੇ ਜਿੱਥੇ ਅੱਜ ਤਖ਼ਤ ਸਾਹਿਬ ਅੰਗੀਠਾ ਸਾਹਿਬ, ਜਿੱਥੇ ਅੱਜ ਤੁਸੀਂ ਜਾ ਕੇ ਨਮਸਕਾਰ ਕਰਦੇ ਸੀ, ਇੱਥੇ ਮਹਾਰਾਜ ਨੇ 4 ਚਫੇਰੇ ਕਨਾਤ ਲਵਾਈ ਹੋਈ ਸੀ, 4 ਚਫੇਰੇ ਪਹਿਰੇਦਾਰ ਲਾਏ ਹੋਏ ਸੀ, ਅੰਦਰ ਚੰਦਨ ਦੀ ਚਿਖਾ ਜਿਹੜੀ ਉਹ ਚਲਾਈ ਹੋਈ ਸੀ। ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਸੀ, ਗੁਰੂ ਗ੍ਰੰਥ ਸਾਹਿਬ ਦਾ ਤੰਬੂ ਤੋਂ ਕਨਾਤ ਤੋਂ ਬਾਹਰ, ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਫਿਰ ਇਕੱਤਰਤਾ ਬੁਲਾਈ। ਸਾਰਾ ਖਾਲਸਾ ਸਜਿਆ ਹੋਇਆ ਔਰ ਕਲਗੀਧਰ ਪਾਤਸ਼ਾਹ ਨੇ ਫਿਰ ਉਸ ਦਿਨ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕੀਤਾ। ਬੜਾ ਸੁੰਦਰ ਲਿਬਾਸ ਪਹਿਨਿਆ, ਕਮਰ ਕੱਸਾ ਲਾਇਆ ਹੋਇਆ, ਕਮਰ ਕੱਸੇ ਵਾਲੇ ਸ਼ਸਤਰ ਕਮਰ ਕੱਸੇ 'ਚ ਲਾਏ ਹੋਏ ਆ, ਜਿਸ ਤਰ੍ਹਾਂ ਨਿਹੰਗ ਸਿੰਘ ਦਮਾਲਾ ਚਲਾਉਂਦੇ, ਦਮਾਲਾ ਚਲਾਇਆ ਕਲਗੀਧਰ ਪਾਤਸ਼ਾਹ ਨੇ। ਅਤੇ ਦਮਾਲੇ ਵਾਲੇ ਸ਼ਸਤਰ ਜਿਹੜੇ ਦਮਾਲੇ 'ਚ ਲਾਏ ਹੋਏ ਆ, ਚੱਕਰ ਚਾੜੇ ਹੋਏ ਸੀ ਇਸ 'ਤੇ, ਤੀਰ ਕਮਾਨ ਮੋਢੇ ਪਾਇਆ, ਤੀਰਾਂ ਦਾ ਪੱਠਾ ਪਾਇਆ, ਢਾਲ ਮੋਢੇ ਪਾਈ ਆ, ਵੱਡੀ ਸ੍ਰੀ ਸਾਹਿਬ ਪਾਈ, ਛੋਟੀ ਸ੍ਰੀ ਸਾਹਿਬ ਪਾਈ ਆ, ਹੱਥ 'ਚ ਵੱਡਾ ਬਰਛਾ ਫੜਿਆ, ਸ਼ਸਤਰਾਂ ਨਾਲ ਲੈਸ ਹੋ ਗਏ ਵੀ ਜਿਵੇਂ ਕਲਗੀਧਰ ਪਾਤਸ਼ਾਹ ਜੰਗ ਨੂੰ ਚੜ੍ਹਾਈ ਲੱਗੇ। ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਫਿਰ ਉਸ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਏ। ਉਸ ਜਗ੍ਹਾ ਜਾ ਕੇ ਖਾਲਸੇ ਨੂੰ ਫਿਰ ਬੜਾ ਖੁੱਲ੍ਹਾ ਸੰਦੇਸ਼ ਬਖਸ਼ਿਸ਼ ਕੀਤਾ ਕਿ ਅੱਜ ਅਸੀਂ ਸੱਚ ਨੂੰ ਚੱਲੇ, ਸਾਡੇ ਬਾਅਦ 'ਚ ਕਿਸੇ ਨੇ ਵਰਲਾਪ ਨਹੀਂ ਕਰਨਾ, ਰੋਣਾ ਨਹੀਂ। ਫਿਰ ਖਾਲਸੇ ਦੇ ਉੱਤਰ ਪ੍ਰਸ਼ਨ ਜੋ ਵੀ ਕਿਸੇ ਦੇ ਮਨ 'ਚ ਵਲਵਲਾ ਸੀ, ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪ੍ਰਸ਼ਨ ਕੀਤਾ, ਕਲਗੀਧਰ ਪਾਤਸ਼ਾਹ ਨੇ ਉੱਤਰ ਦਿੱਤਾ। ਔਰ
ਫਿਰ ਖੁੱਲ੍ਹੀ ਮਰਜ਼ਾਦਾ ਬੜੇ ਵਿਸ਼ਾਲ ਰੂਪ ਕਲਗੀਧਰ ਪਾਤਸ਼ਾਹ ਨੇ ਫਿਰ ਸਮਝਾਈ। ਫਿਰ ਖੁੱਲ੍ਹਾ ਗਿਆਨ ਬਖਸ਼ਿਸ਼ ਕੀਤਾ ਖਾਲਸੇ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਕੀ ਆ, ਖਾਲਸੇ ਦੀ ਪੂਜਾ ਕੀ ਆ। ਇਹ ਸਾਰੀ ਰਹਿਤ ਮਰਜ਼ਾਦਾ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਕਹਿਣ ਤੋਂ ਭਾਵ ਕਿ ਦ੍ਰਿੜ ਕਰਵਾ ਕੇ ਖਾਲਸੇ ਨੂੰ ਦੱਸ ਕੇ ਉਸ ਤੋਂ ਉਪਰੰਤ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਕਿ ਸਾਡਾ ਘੋੜਾ ਜਿਹੜਾ ਵਾ ਵੇਲੇ ਵਿੱਚੋਂ ਲਿਆਂਦਾ ਗਿਆ ਸ਼ਿੰਗਾਰ ਕੇ ਕਲਗੀਧਰ ਪਾਤਸ਼ਾਹ ਦਾ ਘੋੜਾ ਲਿਆਂਦਾ ਗਿਆ। ਮਰ ਕਹਿੰਦੇ ਸਾਡਾ ਬਾਜ ਲਿਆਓ, ਬਾਜ ਲਿਆਂਦਾ ਗਿਆ। ਫਿਰ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਕਰਮਾਂ ਕਰਕੇ ਆਖਰੀ ਵਾਰ ਮੱਥਾ ਟੇਕ ਕੇ ਤੰਬੂ ਤੋਂ ਬਾਹਰ ਆਏ। ਮਹਾਰਾਜ ਖਾਲਸਾ ਸਾਰਾ ਹੱਥ ਜੋੜ ਕੇ ਖੜਾ ਸੀ ਤੇ ਰਕਾਬ ਦੇ ਵਿੱਚ ਪੈਰ ਰੱਖਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਆਖਰੀ ਵਾਰ ਖਾਲਸੇ ਨੂੰ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਖਾਲਸੇ ਨੂੰ ਆਖਰੀ ਵਾਰ ਫਤਿਹ ਬੁਲਾਈ, ਕਲਗੀਧਰ ਪਾਤਸ਼ਾਹ ਘੋੜੇ 'ਤੇ ਸਵਾਰ ਹੋਏ, ਹੱਥ 'ਚ ਬਾਜ ਫੜਿਆ। ਫਿਰ ਮਹਾਰਾਜਾ ਉਸ ਕਨਾਤ ਦੇ ਅੰਦਰ ਗਏ। ਕਨਾਤ ਦੇ ਅੰਦਰ ਜਦੋਂ ਗਏ ਆ, ਕਹਿਣ ਤੋਂ ਭਾਵ ਕਿ ਕਿਸੇ ਨੇ ਵੀ ਲਾਂਭੂ ਨਹੀਂ ਲਾਇਆ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਅਗਨੀ ਦੇਵਤੇ ਨੂੰ ਕਿ ਤੂੰ ਆਪਣਾ ਜਲਵਾ ਵਿਖਾ। ਆਪਣੇ ਆਪ ਹੀ ਜਿਹੜਾ ਝੰਡਾ ਲੱਗਾ, ਆਪਣੇ ਆਪ ਹੀ ਝੰਡਾ ਮੱਚਿਆ। ਉਸ ਸਮੇਂ 'ਤੇ ਕਲਗੀਧਰ ਪਾਤਸ਼ਾਹ ਇੱਕ ਸੰਸਾਰਕ ਰੀਤ ਪੂਰੀ ਕੀਤੀ, ਜਿਹੜੀ ਕੇਸਾਂ ਵਿੱਚ ਸ੍ਰੀ ਸਾਹਿਬ ਛੋਟੀ ਰੱਖਿਆ ਕਰਦੇ ਸਨ, ਉਹ ਮਹਾਰਾਜ ਨੇ ਝੰਡੇ ਵਿੱਚ ਰੱਖੀ। ਆਪ ਮਹਾਰਾਜ ਕਲਗੀਧਰ ਪਾਤਸ਼ਾਹ ਘੋੜੇ ਬਾਸ ਸਮੇਤ ਹੀ ਇੱਦਾਂ ਕਹੀਏ ਕਿ ਸੱਚਖੰਡ ਨੂੰ ਗਏ। ਕਹਿਣ ਤੋਂ ਭਾਵ ਉਸ ਸਮੇਂ ਦੇ ਉੱਤੇ ਇਹ ਗੁਰੂ ਵਿੱਚ ਕਲਾ ਕਿ ਗੁਰੂ ਸਾਹਿਬ ਨੇ ਉਸ ਸਮੇਂ 'ਤੇ ਜਿਹੜਾ ਅਸੂਲ ਪੰਜਾਂ ਤੱਤਾਂ ਦਾ ਸੀ, ਉਹਨੂੰ ਪਾਤਸ਼ਾਹ ਨੇ ਸੂਖਮ ਤੱਤਾਂ ਵਿੱਚ ਲੈ ਕੇ, ਪ੍ਰਕਾਸ਼ ਤੱਤਾਂ ਵਿੱਚ ਲੈ ਕੇ ਨਿਰਗੁਣ ਦੇ ਵਿੱਚ ਮਹਾਈ। ਇਸੇ ਤਰ੍ਹਾਂ ਘੋੜੇ ਨੂੰ ਵੀ, ਇਸੇ ਤਰ੍ਹਾਂ ਸ਼ਸਤਰਾਂ ਨੂੰ ਵੀ ਮਹਾਰਾਜ ਨੇ ਪੰਜਾਂ ਤੱਤਾਂ ਤੋਂ ਮਹਾਰਾਜ ਨੇ ਕਹਿਣ ਤੋਂ ਭਾਵ ਕਿ ਸੂਖਮ ਤੱਤਾਂ ਵਿੱਚ, ਅਸੂਲ ਤੱਤਾਂ ਤੋਂ ਅਤੇ ਸੂਖਮ ਤੱਤਾਂ ਤੋਂ ਮਹਾਰਾਜ ਪ੍ਰਕਾਸ਼ ਤੱਤਾਂ ਵਿੱਚ ਲਿਜਾ ਕੇ ਨਿਰਗੁਣ ਵਿੱਚ ਅਕਾਲ ਪੁਰਖ ਦਾ ਕਹਿਣ ਤੋਂ ਭਾਵ ਕਿ ਘੋੜੇ ਬਾਜ ਸਮੇਤ ਮਹਾਰਾਜ ਨਿਰਗੁਣ ਦੇ ਵਿੱਚ ਇੱਕ ਸੰਸਾਰ ਰੀਤ ਪੂਰੀ ਕੀਤੀ। ਕਲਗੀਧਰ ਪਾਤਸ਼ਾਹ ਨੇ ਜਿਹੜੀ ਕੇਸਾਂ ਵਿੱਚ ਛੋਟੀ ਰੱਖਿਆ ਕਰਦੇ ਸਨ, ਉਹ ਮਹਾਰਾਜ ਝੰਡੇ ਵਿੱਚ। ਜਦੋਂ ਇਹ ਭਾਣਾ ਵਰਤਿਆ, ਉਸ ਸਮੇਂ ਦੇ ਉੱਤੇ ਖਾਲਸਾ ਵਰਲਾਭ ਵਿੱਚ ਗਿਆ। ਖਾਲਸੇ ਨੇ ਰੁਦਰ ਕੀਤਾ। ਕਹਿਣ ਤੋਂ ਭਾਵ ਕਿ ਉਸ ਸਮੇਂ ਦੇ ਉੱਤੇ ਦਿਲ ਨਹੀਂ ਲੱਗ ਰਿਹਾ ਖਾਲਸੇ ਦਾ। ਉਸ ਤੋਂ ਬਾਅਦ ਦੇ ਵਿੱਚ ਕਹਿਣ ਤੋਂ ਭਾਵ ਕਿ ਤੀਸਰੇ ਦਿਨ ਜਿੱਥੇ ਰਤਨਗੜ੍ਹ ਗੁਰਦੁਆਰਾ ਵਾ, ਉੱਥੇ ਰਤਨਦਾਸ ਮਹਾਤਮਾ ਰਹਿੰਦਾ ਸੀ। ਉਹਨੂੰ ਦਰਸ਼ਨ ਦੇ ਕੇ ਕਲਗੀਧਰ ਪਾਤਸ਼ਾਹ ਨੇ ਕੜਾ ਪ੍ਰਸ਼ਾਦ ਦਿੱਤਾ। ਹੁਕਮ ਸੁਣਾਇਆ ਕਿ ਜਾਓ, ਖਾਲਸਾ ਵਰਲਾਪ ਕਰ ਰਿਹਾ, ਇਹ ਦੇਖ ਵਰਤਾਓ, ਸਾਡਾ ਹੁਕਮ ਸੁਣਾਓ। ਇਹ ਕਿਸੇ ਨੇ ਵਰਲਾਪ ਨਹੀਂ ਕਰਨਾ ਸਾਡੇ ਵਿਛੋੜੇ ਵਿੱਚ। ਅਸੀਂ ਖਾਲਸੇ ਦੇ ਅੰਗ ਸੰਗ ਹਾਂ। ਜਦੋਂ ਖਾਲਸਾ ਸਾਨੂੰ ਯਾਦ ਕਰੇ, ਅਸੀਂ ਖਾਲਸੇ ਦੇ ਅੰਗ ਸੰਗ ਹਾਂ। ਤੁਸੀਂ ਅਖੰਡ ਪਾਠ ਆਰੰਭ ਕਰੋ, ਕਥਾ ਕਰੋ, ਕੀਰਤਨ ਕਰੋ। ਜਦੋਂ ਉਹਨੇ ਕੜਾ ਪ੍ਰਸ਼ਾਦ ਦੀ ਆਣ ਕੇ ਦੇਗ ਵਰਤਾਈ, ਉਸ ਸਮੇਂ ਦੇ ਉੱਤੇ ਮਹਾਰਾਜ ਦਾ ਹੁਕਮ ਸੁਣਾਇਆ ਕਿ ਕਲਗੀਧਰ ਪਾਤਸ਼ਾਹ ਦਰਸ਼ਨ ਦੇ ਕੇ ਮੇਰਾ ਕੜਾ ਪ੍ਰਸ਼ਾਦ ਦਾ ਬਾਟਾ ਦਿੱਤਾ ਵੀ ਖਾਲਸੇ ਨੇ ਵਰਲਾਪ ਨਹੀਂ ਕਰਨਾ, ਅਖੰਡ ਪਾਠ ਆਰੰਭ ਕਰੋ। ਕਲਗੀਧਰ ਪਾਤਸ਼ਾਹ ਦੀ ਯਾਦ ਵਿੱਚ ਅਖੰਡ ਪਾਠ ਆਰੰਭ ਹੋਏ। ਉਸ ਤੋਂ ਉਪਰੰਤ ਕਹਿਣ ਤੋਂ ਭਾਵ ਕਿ ਕਥਾ ਕੀਰਤਨ ਚੱਲਦਾ ਰਿਹਾ। ਕਈ ਸਿੱਖਾਂ ਨੇ ਮਹਾਰਾਜ ਨੇ ਕਿਸੇ ਦੀ ਅੰਗੀਠਾ ਨਹੀਂ ਫੋਲਣਾ, ਕਈਆਂ ਸਿੱਖਾਂ ਨੇ ਅੰਗੀਠਾ ਫੋਲਿਆ। ਉਹਦੇ ਵਿੱਚੋਂ ਕਹਿਣ ਤੋਂ ਭਾਵ ਕਿ ਕੇਵਲ ਜਿਹੜੀ ਛੋਟੀ ਸ੍ਰੀ ਸਾਹਿਬ ਕੇਸਾਂ ਵਿੱਚ ਰੱਖਿਆ ਕਰਦੇ ਸਨ ਕਲਗੀਧਰ ਪਾਤਸ਼ਾਹ, ਉਹ ਝੰਡੇ ਵਿੱਚੋਂ ਪ੍ਰਾਪਤ ਹੋਈ, ਜਿਹਦੇ ਰਹਿ ਰਸ ਤੋਂ ਬਾਅਦ ਦੇ ਵਿੱਚ ਅੱਜ ਵੀ ਉਸ ਸ੍ਰੀ ਸਾਹਿਬ ਦੇ ਦਰਸ਼ਨ ਕਰਾਏ ਜਾਂਦੇ। ਇਹ ਇੱਥੋਂ ਦਾ ਇੱਕ ਸੂਖਮ ਇਤਿਹਾਸ ਸੀ। ਇਤਿਹਾਸ ਤਾਂ ਬਹੁਤ ਵੱਡਾ, ਕਈਆਂ ਦੇ ਮਨ ਵਿੱਚ ਇਹ ਕਈ ਵਲ ਕਈ ਸੋਚੇ ਰਹਿ ਜਾਂਦੇ ਆ ਵੀ ਮਹਾਰਾਜ ਝੰਡੇ ਚਲੇ ਗਏ, ਫਿਰ ਕੀ ਹੋਇਆ। ਜਿਸ ਤਰ੍ਹਾਂ
ਇਹ ਵੀ ਖੁਲਾਸਾ ਕਰ ਦਈਏ। ਕਹਿਣ ਤੋਂ ਭਾਵ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਜਾਣਾ ਸੀ, ਉਸ ਸਮੇਂ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਕਹਿਣ ਤੋਂ ਭਾਵ ਕਿ ਜਦੋਂ ਸੱਚਖੰਡ ਨੂੰ ਜਾਣਾ ਸੀ, ਉਸ ਸਮੇਂ ਦੇ ਉੱਤੇ ਵਚਨ ਕਰ ਦਿੱਤਾ ਕਿ ਇੰਨੇ ਵਜੇ ਇੰਨੀ ਤਰੀਕ ਨੂੰ ਅਸੀਂ ਇਸ ਦਿਨ ਸੱਚਖੰਡ ਸਾਹਿਬ ਨੂੰ ਜਾਣਾ। ਤਾਂ ਉਸ ਸਮੇਂ ਦੇ ਉੱਤੇ ਮੁਸਲਮਾਨ ਵੀ ਸਿੱਖ ਮੰਨਦੇ ਸੀ ਗੁਰੂ ਨਾਨਕ ਸਾਹਿਬ ਨੂੰ, ਹਿੰਦੂ ਵੀ ਮੰਨਦੇ ਸੀ, ਸਿੱਖ ਵੀ ਮੰਨਦੇ ਸੀ, ਸਾਰੇ ਉੱਥੇ ਪਹੁੰਚੇ। ਜਦੋਂ ਸਾਰੇ ਪਹੁੰਚ ਗਏ ਤਾਂ ਉਸ ਸਮੇਂ ਦੇ ਉੱਤੇ ਕਹਿਣ ਤੋਂ ਭਾਵ ਕਿ ਮਹਾਰਾਜਾ ਚਾਦਰਾ ਲੈ ਕੇ ਸਿੱਟਾਂ 'ਤੇ ਲੇਟ ਗਏ। ਉਸ ਸਮੇਂ ਦੇ ਉੱਤੇ ਜਦੋਂ ਸਿੱਖ ਕਹਿੰਦੇ ਅਸੀਂ ਸੰਸਕਾਰ ਕਰਨਾ, ਹਿੰਦੂ ਵੀ ਕਹਿੰਦੇ ਅਸੀਂ ਸੰਸਕਾਰ ਕਰਨਾ, ਮੁਸਲਮਾਨ ਕਹਿੰਦੇ ਅਸੀਂ ਦਫਨਾਉਣਾ, ਕਬਰ ਬਣਾਉਣੀ। ਇੱਥੋਂ ਇਹਨਾਂ ਦਾ ਵਿਵਾਦ ਵਧਿਆ, ਇੱਥੋਂ ਤੱਕ ਤਲਵਾਰ 'ਤੇ ਕੰਮ ਚਲੇ ਗਏ। ਕਹਿਣ ਤੋਂ ਭਾਵ ਕਿ ਉਸ ਸਮੇਂ ਦੇ ਉੱਤੇ ਕੋਈ ਮਹਾਨ ਹਸਤੀ ਬ੍ਰਹਮ ਗਿਆਨੀ ਮਹਾਂਪੁਰਸ਼ ਬੈਠੇ ਸਨ, ਉਹਨਾਂ ਨੇ ਬੇਨਤੀ ਕੀਤੀ ਕਿ ਕੋਈ ਤੁਸੀਂ ਆਪਸੀ ਦੀ ਝਗੜਾ ਨਾ ਕਰੋ, ਭਾਣਾ ਵਰਤ ਲੈਂਦੇ, ਬਾਅਦ 'ਚ ਰੋਜ਼ ਇਹ ਕਰਨਾ ਕਰੋ। ਸਾਰੇ ਸ਼ਾਂਤ ਹੋ ਕੇ ਬਹਿ ਗਏ। ਇੰਨੇ ਚਿਰ ਨੂੰ ਗੁਰੂ ਨਾਨਕ ਸਾਹਿਬ ਨੇ ਭਾਣਾ ਵਰਤਾਇਆ। ਇਸੇ ਤਰੀਕੇ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਕਹਿਣ ਤੋਂ ਭਾਵ ਕਿ ਪੰਜਾਂ ਤੱਤਾਂ ਦੇ ਸਰੀਰ ਨੂੰ ਮਹਾਰਾਜ ਸੂਖਮ ਤੱਤਾਂ ਵਿੱਚ ਲੈ ਕੇ ਪ੍ਰਕਾਸ਼ ਤੱਤਾਂ ਵਿੱਚ ਲਿਜਾ ਕੇ ਮਹਾਰਾਜ ਨਿਰਗੁਣ 'ਚ ਪ੍ਰਵੇਸ਼ ਕੀਤਾ। ਅਕਾਲ ਪੁਰਖ ਦਾ ਸੀ ਉਹ ਜੁਗਤੀ। ਕਹਿਣ ਤੋਂ ਭਾਵ ਕਿ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅੱਗੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਗੱਦੀ ਸੌਂਪੀ ਅਤੇ ਭਾਣਾ ਵਰਤਾਉਣਾ ਸੀ, ਉਸ ਸਮੇਂ 'ਤੇ ਗੁਰੂ ਅੰਗਦ ਦੇਵ ਜੀ ਨੇ ਸਾਰੀਆਂ ਸੰਗਤਾਂ ਨੂੰ ਕਹਿ ਦਿੱਤਾ ਕਿ ਅਸੀਂ ਜਾਣਾ। ਐਸੇ ਸਾਰੀਆਂ ਸੰਗਤਾਂ ਪੁੱਜ ਗਈਆਂ ਅਤੇ ਮਹਾਰਾਜ ਸਿੰਘਾਸਣ 'ਤੇ ਬੈਠੇ ਸਨ ਗੁਰੂ ਅੰਗਦ ਸਾਹਿਬ ਜੀ। ਉਸ ਸਮੇਂ ਦੇ ਉੱਤੇ ਮਹਾਰਾਜ ਗੁਰੂ ਕੀ ਸੰਗਤ ਬੈਠੀ ਦਰਸ਼ਨ ਕਰ ਰਹੀ ਹੈ। ਸੰਗਤ ਦੇ ਦਰਸ਼ਨ ਕਰਦਿਆਂ ਗੁਰੂ ਅੰਗਦ ਸਾਹਿਬ ਜੀ ਸਿੰਘਾਸਣ 'ਤੇ ਬੈਠੇ ਉਸੇ ਵਿਧੀ ਦੇ ਨਾਲ ਮਹਾਰਾਜ ਸੱਚਖੰਡ ਨੂੰ ਬੈਠੇ ਸਿੰਘਾਸਣ 'ਤੇ ਸੱਚਖੰਡ ਨੂੰ ਚਲੇ ਗਏ, ਨਿਰਗੁਣ 'ਚ ਪ੍ਰਵੇਸ਼ ਕਰ ਗਏ। ਇਹ ਸੰਗਤ ਹੈਰਾਨ ਹੋਈ ਵੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਵੀ ਆਪਣਾ ਜਾਣੀ ਕਿ ਚਲੇ ਗਏ ਵੀ ਆਪਾਂ ਤਾਂ ਸੰਸਾਰ ਕਰੀਬ ਪੂਰੀ ਕਰਨੀ ਸੀ। ਉਸ ਸਮੇਂ ਦੇ ਉੱਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਾਂ ਤਾਂ ਮਹਾਰਾਜ ਤੁਹਾਡੇ ਚਲੇ ਗਏ ਕਿ ਆਪਾਂ ਤਾਂ ਸੰਸਾਰ ਕਰੀਬ ਪੂਰੀ ਕਰਨੀ ਸੀ। ਉਹ ਗਏ ਕਿੱਥੇ ਸੀ? ਉਹ ਤਾਂ ਕਹਿਣ ਤੋਂ ਭਾਵ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ 'ਚ ਹੀ ਬੈਠੇ ਸਨ। ਅਤੇ ਕਹਿਣ ਤੋਂ ਭਾਵ ਕਿ ਇਹ ਬੜੀਆਂ ਸੂਖਮ ਗੱਲਾਂ ਹੁੰਦੀਆਂ ਨੇ। ਅਤੇ ਉਸ ਸਮੇਂ ਦੇ ਉੱਤੇ ਜੋ ਸੰਗਤ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਨੇ ਫੁਰਨਾ ਹੀ ਕੀਤਾ ਅਤੇ ਗੁਰੂ ਅੰਗਦ ਦੇਵ ਜੀ ਫਿਰ ਆਪਣੇ ਸਿੰਘਾਸਣ 'ਤੇ ਉਸੇ ਤਰ੍ਹਾਂ ਪ੍ਰਗਟ ਹੋ ਕੇ ਫਿਰ ਦਰਸ਼ਨ ਦੇ ਰਹੇ। ਜਦੋਂ ਫਿਰ ਪ੍ਰਗਟ ਹੋ ਕੇ ਦਰਸ਼ਨ ਦੇ ਰਹੇ, ਉਸ ਸਮੇਂ ਦੇ ਉੱਤੇ ਕਹਿਣ ਤੋਂ ਭਾਵ ਕਿ ਸਾਰੀ ਸੰਗਤ ਦੇ ਦਰਸ਼ਨ ਕਰ ਰਹੀ ਹੈ। ਕਹਿੰਦੇ ਪੁਰਖਾ ਕਾਹਦੇ ਵਾਸਤੇ ਯਾਦ ਕੀਤਾ? ਕਹਿੰਦੇ ਮਹਾਰਾਜ ਤੁਹਾਡੀ ਪਿਆਰੀ ਸੰਗਤ, ਕਹਿੰਦੇ ਅਸੀਂ ਸੰਸਾਰ ਕਰੀਬ ਪੂਰੀ ਕਰਨੀ ਹੈ। ਮਹਾਰਾਜ ਕਹਿੰਦੇ ਪਤਾ ਭਾਣਾ ਵਰਤਾ ਦਿੰਦੇ। ਹਾਂਜੀ, ਫਿਰ ਮਹਾਰਾਜ ਨੇ ਦੂਸਰਾ ਭਾਣਾ ਵਰਤਾਇਆ ਜਿਸ ਤਰ੍ਹਾਂ ਸੰਸਾਰ ਪਹਿਰਾ। ਫਿਰ ਉਸੇ ਤਰ੍ਹਾਂ ਹੀ ਕਹਿਣ ਤੋਂ ਭਾਵ ਕਿ ਬਗਾਨ ਸਜਾਇਆ ਗਿਆ, ਸਰੀਰ ਦਾ ਸਮਾਨ ਸਜਾਇਆ ਗਿਆ, ਝੰਡਾ ਲਾਇਆ ਗਿਆ। ਅਤੇ ਉਸ ਸਮੇਂ ਦੇ ਉੱਤੇ ਜਦੋਂ ਸਹੀ ਸਰੀਰ ਜਿਹੜਾ ਮਹਾਰਾਜਾ ਸਾਰੀ ਸੰਗਤ ਜਾਣੀ ਕਿ ਜ਼ਬਾਨ ਕੱਢ ਕੇ ਲੈ ਕੇ ਗਏ, ਝੰਡੇ 'ਤੇ ਜਾ ਕੇ ਰੱਖਿਆ। ਉਸ ਸਮੇਂ 'ਤੇ ਝੰਡਾ ਚੱਲਿਆ ਗਿਆ ਤਾਂ ਦਾਤੂ ਜੀ ਅਤੇ ਬਾਪੂ ਜੀ ਸਾਹਿਬਜ਼ਾਦੇ ਉਹ ਨਾਲ ਸਨ ਗੁਰੂ ਅੰਗਦ ਸਾਹਿਬ ਜੀ ਦੇ। ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾਤੂ ਜੀ ਨੂੰ ਕਹਿਣ ਤੋਂ ਭਾਵ ਕਿ ਹੁਕਮ ਕੀਤਾ ਕਿ ਤੁਸੀਂ ਵੱਡੇ ਸਪੁੱਤਰ ਜੀ, ਤੁਸੀਂ ਝੰਡਾ ਲਾਓ। ਜਦੋਂ ਦਾਤੂ ਜੀ ਝੰਡਾ ਲੱਗੇ ਲਾਉਣ, ਉਸ ਸਮੇਂ ਦੇ ਉੱਤੇ ਉਸ ਝੰਡੇ ਦੇ ਵਿੱਚ ਸਰੀਰ ਦੇ ਥੱਲੇ ਚਾਦਰੀ ਪਈ। ਹਾਂਜੀ, ਕਹਿਣ ਤੋਂ ਭਾਵ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਸ਼ਾਰਾ ਲੱਗੇ ਕਰਨ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ਼ਾਰਾ ਕੀਤਾ, ਕਹਿੰਦੇ ਬੋਲਣਾ ਨਹੀਂ, ਗੁਪਤ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਸ ਸਮੇਂ ਦੇ ਉੱਤੇ ਇਸ਼ਾਰਾ ਕੀਤਾ ਕਿ ਇੱਥੇ ਬੋਲਣਾ ਨਹੀਂ, ਤੂੰ ਆਪਣਾ ਕੰਮ ਕਰ। ਦਾਤੂ ਜੀ ਨੇ ਚੰਡਾ ਲਾਇਆ, ਦਾਤੂ ਜੀ ਨੇ ਚੰਡਾ ਲਾਇਆ, ਸੰਸਕਾਰ ਹੋਇਆ। ਤੇ ਇਹ ਮਹਾਰਾਜ ਦਾ ਇਸ ਕਰਕੇ ਹੁਕਮ ਹੁੰਦਾ ਸੀ ਕਿ ਅੰਗੀਠਾ ਖੋਲ੍ਹਣਾ ਨਹੀਂ, ਅੰਗੀਠਾ ਸਮੇਟਣਾ ਨਹੀਂ। ਉਹਦਾ ਕਾਰਨ ਇਹੋ ਹੀ ਹੁੰਦਾ ਸੀ ਕਿ ਉਹ 'ਚੋਂ ਫੁੱਲ ਅਸਥੀ ਵਗੈਰਾ ਤਾਂ ਗੁਰੂ ਸਾਹਿਬ ਤੋਂ ਮਿਲਣੇ ਨੇ, ਰਾਗ ਸਮੇਤ ਜੋ ਕੁਝ ਹੈ ਉਹ ਸਾਰਾ ਜਲ ਪ੍ਰਵਾਹ ਕਰ ਲੈਣਾ। ਇਸ ਕਰਕੇ ਗੁਰੂ ਸਾਹਿਬਾਂ ਦਾ ਹੁਕਮ ਸੀ ਕਿ ਅੰਗੀਠਾ ਜਾਣੀ ਕਿ ਫੁੱਲਣਾ ਨਹੀਂ, ਕਿਸੇ ਤੋਂ ਭਾਵ ਫੁੱਲ ਨਹੀਂ ਚਾਹੁੰਦੇ, ਅੰਗੀਠਾ ਸਮੇਟਣਾ ਨਹੀਂ। ਤੇ ਕਹਿਣ ਤੋਂ ਭਾਵ ਕਿ ਇੱਥੇ ਵੀ ਕਲਗੀਧਰ ਪਾਤਸ਼ਾਹ ਨੇ ਫਿਰ ਖੁਲਾਸਾ ਕੀਤਾ। ਇੱਕ ਦਿਨ ਕਲਗੀਧਰ ਪਾਤਸ਼ਾਹ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇਣ ਉਪਰੰਤ ਮਹਾਰਾਜ ਪਲੰਘੇ 'ਤੇ ਸਜੇ ਹੋਏ ਸਨ, ਚਰਨ ਲਮਕਾ ਕੇ ਬੈਠੇ ਸਨ। ਜਿਸ ਤਰ੍ਹਾਂ ਪਹਿਲਾਂ ਸਿੰਘ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਦੇ ਸਨ, ਇਸੇ ਤਰ੍ਹਾਂ ਹੀ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਣ ਡਏ ਸਨ। ਜਿਸ ਤਰ੍ਹਾਂ ਪਹਿਲਾਂ ਕਲਗੀਧਰ ਪਾਤਸ਼ਾਹ ਦੇ ਚਰਨ ਹੱਥਾਂ ਵਿੱਚ ਫੜਦੇ ਸਨ, ਇਸੇ ਤਰ੍ਹਾਂ ਖਾਲਸਾ ਹੱਥਾਂ ਵਿੱਚ ਚਰਨ ਫੜ ਲੱਗਦਾ, ਪਰ ਹੱਥ ਜਿਹੜੇ ਹਵਾ 'ਚ ਨਿਕਲ ਜਾਂਦੇ ਆ, ਕਲਗੀਧਰ ਪਾਤਸ਼ਾਹ ਦੇ ਚਰਨ ਹੱਥਾਂ 'ਚ ਆਉਂਦੇ ਨਹੀਂ। ਇਹ ਗੱਲਾਂ ਪਾਤਸ਼ਾਹ ਕੀਤੀ ਜਾਂਦੇ ਆ, ਪ੍ਰਤੱਖ ਦਰਸ਼ਨ ਹੋ ਰਹੇ ਆ, ਪਰ ਚਰਨ ਨਹੀਂ ਹੱਥਾਂ ਵਿੱਚ ਆਉਂਦੇ। ਤੇ ਸਿੰਘਾਂ ਨੇ ਪੁੱਛਿਆ, ਮਹਾਰਾਜ ਅੱਜ ਕੀ ਭਾਣਾ ਵਰਤਾ ਰਹੇ ਕਿ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਚਰਨ ਹੱਥਾਂ ਵਿੱਚ ਫੜਦੇ ਸੀ, ਜਿਸ ਤਰ੍ਹਾਂ ਪਹਿਲਾਂ ਤੁਹਾਡੇ ਦਰਸ਼ਨ ਕਰਦੇ ਸੀ, ਉਸੇ ਤਰ੍ਹਾਂ ਹੀ ਅੱਜ ਤੁਹਾਡੇ ਚਰਨ ਹੱਥਾਂ ਵਿੱਚ ਨਹੀਂ ਆ ਰਹੇ, ਪਹਿਲਾਂ ਤੁਹਾਡੇ ਚਰਨ ਹੱਥਾਂ ਵਿੱਚ ਆਉਂਦੇ ਸੀ। ਉਸ ਸਮੇਂ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਫਿਰ ਖੁਲਾਸਾ ਕੀਤਾ। ਕਹਿੰਦੇ ਸਿੰਘੋ, ਕਹਿੰਦੇ ਤੁਸੀਂ ਗੁਰੂ ਸਾਹਿਬਾਂ ਨੂੰ, ਦਸਾਂ ਪਾਤਸ਼ਾਹੀਆਂ ਨੂੰ ਸਰਗ ਸਰੂਪ ਮੰਨਿਆ। ਕਹਿੰਦੇ ਗੁਰੂ ਸਾਹਿਬ ਨਿਰਗੁਣ ਸਰੂਪ ਹੁੰਦਾ, ਕੀ ਸਰਗੁਣ ਵੀ ਹੁੰਦਾ ਅਤੇ ਨਿਰਗੁਣ ਵੀ ਹੁੰਦਾ। ਕਹਿੰਦੇ ਜਿਸ ਕਲਪਨਾ ਦੇ ਵਿੱਚ ਸਿੰਘ ਯਾਦ ਕਰਦਾ, ਉਹ ਹੀ ਸਰੂਪ ਗੁਰੂ ਸਾਹਿਬ ਧਾਰਨ ਕਰਦੇ। ਕਹਿੰਦੇ ਕਹਿਣ ਤੋਂ ਭਾਵ ਕਿ ਸਰਗੁਣ ਦੇ ਵਿੱਚ ਵੀ ਗੁਰੂ ਸਾਹਿਬ ਦਾ ਸਰੂਪ ਹੁੰਦਾ ਅਤੇ ਨਿਰਗੁਣ ਦੇ ਵਿੱਚ ਵੀ ਹੁੰਦਾ। ਕਹਿੰਦੇ ਤੁਸੀਂ ਸਰਗੁਣ ਸਮਝਦੇ ਰਹੇ, ਦਸੇ ਪਾਤਸ਼ਾਹ ਨਿਰਗੁਣ ਸਰੂਪ। ਕਹਿਣ ਤੋਂ ਭਾਵ ਕਹਿੰਦੇ ਅਸੀਂ ਇਸ ਟਾਈਮ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਚੁੱਕੇ ਹਾਂ, ਇਸ ਸਮੇਂ ਦੇ ਉੱਤੇ ਅਸੀਂ ਨਿਰਗੁਣ ਦੇ ਵਿੱਚ ਇੱਕ ਖੁਲਾਸਾ ਕੀਤਾ ਮਾਰ। ਇਹਦੇ ਇਸ ਟਾਈਮ 'ਤੇ ਅਸੀਂ ਨਿਰਗੁਣ ਦੇ ਵਿੱਚ ਆ, ਸਾਡੇ ਦਰਸ਼ਨ ਵੀ ਤੁਹਾਨੂੰ ਹੋਣਗੇ, ਤੁਹਾਡੇ ਨਾਲ ਅਸੀਂ ਗੱਲਾਂ ਵੀ ਕਰਾਂਗੇ, ਪਰ ਜੇ ਤੁਸੀਂ ਸਾਡਾ ਸਰੀਰ ਸਪਰਸ਼ ਕਰੋਗੇ, ਸਾਡਾ ਸਰੀਰ ਜਿਹੜਾ ਤੁਹਾਡੇ ਹੱਥਾਂ ਵਿੱਚ ਨਹੀਂ ਸਪਰਸ਼ ਨਹੀਂ ਹੋਵੇਗਾ। ਉਸ ਸਮੇਂ 'ਤੇ ਇੱਥੇ ਖੁਲਾਸਾ ਕੀਤਾ ਪਾਤਸ਼ਾਹ ਨੇ। ਅਤੇ ਇਸ ਨਗੀਨਾ ਜਦੋਂ ਮਹਾਰਾਜ ਆਖਰੀ ਵਾਰ ਗਏ ਆ, ਕੇਵਲ ਚੰਡੇ ਵਿੱਚ ਸ੍ਰੀ ਸਾਹਿਬ ਰੱਖੀ, ਛੋਟੀ ਕੇਸਰ ਜਿਹੜੀ ਰੱਖਦੇ ਸੀ, ਆਪ ਮਹਾਰਾਜ ਘੋੜੇ ਬਾਜ ਸਮੇਤ। ਕਹਿਣ ਤੋਂ ਭਾਵ ਕਿ ਪੰਜਾਂ ਤੱਤਾਂ ਦਾ ਜਿਹੜਾ ਸਰੀਰ ਆ, ਉਹਨੂੰ ਮਹਾਰਾਜ ਸੂਖਮ ਤੱਤਾਂ ਵਿੱਚ ਲੈ ਕੇ ਪ੍ਰਕਾਸ਼ ਤੱਤਾਂ ਵਿੱਚ ਨਿਰਗੁਣ ਦੇ ਵਿੱਚ ਸਮਾ ਦਿੱਤਾ। ਇਸੇ ਤਰ੍ਹਾਂ ਘੋੜੇ ਨੂੰ ਵੀ ਪ੍ਰਵੇਸ਼ ਕੀਤਾ, ਇਸੇ ਤਰ੍ਹਾਂ ਸ਼ਸਤਰ ਨੂੰ ਵੀ ਪ੍ਰਵੇਸ਼ ਕੀਤਾ, ਇਸ ਤਰ੍ਹਾਂ ਬਾਜ ਨੂੰ ਵੀ ਪ੍ਰਵੇਸ਼ ਕੀਤਾ। ਅਤੇ ਇਹ ਕਲਗੀਧਰ ਪਾਤਸ਼ਾਹ ਦਾ ਇਸ ਜਗ੍ਹਾ ਦੇ ਉੱਤੇ ਬਖਸ਼ਿਸ਼ ਸੀ। ਇਹ ਉੱਥੋਂ ਦਾ ਸੂਖਮ ਇਤਿਹਾਸ ਸੀ। ਇਤਿਹਾਸ ਇੱਕ ਬਹੁਤ ਵੱਡਾ, ਜਿਹਦੀ ਕੋਈ ਮੈਂ ਕਥਨ ਕਰ ਹੀ ਨਹੀਂ ਸਕਦਾ, ਪਰ ਇੱਕ ਸੂਖਮ ਦੀ ਵਿਚਾਰ ਜਿਹੜੀ ਕੀਤੀ ਆ, ਵਿਚਾਰਾਂ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ, ਵਾਧਾ ਘਾਟਾ ਬੋਲੀਆਂ, ਗਲਤੀਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ।